साहिब जी। श्री नानक अंगद गुरु अमरदास पदबंद, रामदास अर्जन गुरु बर श्री हर गोबिंद। हरि राय हर कृष्ण गुर तेग बहादुर चंद, दसवें गोबिंद सिंह गुरु नमो जिसमें अमृत ज्ञान है माणक भगत बैराग। श्री गुरु ग्रंथ साहिब उदद श्री गुरु शब्द कमाए जिना जीते पंच विकार। तिन संतन को बंदना सिर चरणन एक अंकारा सतगुरु ते प्रसाद सच मोए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु जी। कुंडलिया सुनो बात तब सिंगन की, करी साहिज मुकुट कूटत मार्त सोत क्यों। खालसो भयो अटूट सुनो बात तब सिंगन की। वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर सतगुरु तेग बहादुर साहिब महाराज जी दे महान पावन पवित्र भजन बंदगी तप अस्थान गुरुद्वारा श्री भोरा साहिब जी विखे दिन के चौथे पैर के समय के सजे हुए दीवाना च हाजरियां पर रहे दर्शन दिदारे सेवा करके लाह प्राप्त कर रहे गुरु प्यारी खालसा साध संगत जी। वड्डे भागां आप सरबत संगतां दे जो महाराज साहिब जी की परम पवित्र अमृतमयी बाणी कीर्तन के रूप दे विच आप जी ने सरवण की है। गुरु पंथ खालसे दी लड़ीवार कथा विचार का समा होया है, जिहदे विच आप जी ने कल प्रसंग सरवण किया। मेर मनो लाहौर का सूबा सिखां नूं मारन दे मनसूबे दे नाल आया। जिवें पहला कईयां ने सुपना लिया भी सिख खत्म कर दिया, मीर मनो ने भी यही सुपना लिया। पंडौरी नगर के नेड़े ਸਿੰਘਾਂ ਨੂੰ घेरे दे विच लैके मारन आया। जिस घोड़े ते चढ़िया सी घोड़ा तरबक गया, घोड़े तो हेठां डिगा, पैर रकाब विच फसिया रहा। इहदे नाल दे सिपाही घोड़ा फड़न दे लई भजे, पर घोड़ा फौज वेख के होर डरिया ते घसीट घसीट के रगड़ रगड़ के बड़ी बुरी मौते मीर मनो बापू पापी मरिया है। अते नाल ही जिवें अहमद शाह अब्दाली ने हमला करके मथुरा लुटी, भरतगढ़ियां ने कुछ मुकाबला किया। फिर कोयल किला जिन्हों इस वेले अलीगढ़ कहते हैं, वो 12 साल कहते जितया नहीं सी किसी को जाता। अहमद शाह अब्दाली ने 8 दिनों के विच वो किला जित के आगरा जितया। पानीपत च लड़ाई हुई मराठियां दे नाल 3 लाख मराठा आया। 6 लाख फौज अब्दाली दे नाल है, 3 लाख आप ने ते इन्नी ही मुगलों के ते होर हिंदुस्तान के कुछ लोग जुड़े। मराठियां दा लक तोड़िया।
ਦਿੱਲੀ ਤੇ ਕਬਜ਼ਾ ਕਰਕੇ ਸਰਹੰਦ ਦੇ ਵਿੱਚ ਜੈਨ ਖਾਨ ਸੂਬਾ ਬਿਠਾ ਕੇ ਲਾਹੌਰ ਦੇ ਵਿੱਚ ਆਇਆ ਹੈ ਤੇ ਹੁਣ ਇਹਦਾ ਧਿਆਨ ਸਿੱਖਾਂ ਵੱਲ ਹੋਇਆ ਹੈ ਵੀ ਬਾਕੀ ਦੇ ਮੈਂ ਸਾਰੇ ਖਤਮ ਕਰ ਲਏ ਹੈ। ਜਾਟ ਜਿਹੜੇ ਸੀ ਉਹ ਵੀ ਮੇਰੇ ਅੱਗੇ ਨਹੀਂ ਵੇਰ ਸਕੇ, ਮਰਹੱਡੇ ਵੀ ਖਤਮ ਕਰ ਲਏ ਹੈ, ਲੱਕ ਤੋੜ ਦਿੱਤਾ ਹੈ ਮਰਹੱਡਿਆਂ ਦਾ, ਸਿੱਖ ਰਹਿ ਗਏ ਨੇ। ਹੁਣ ਇਹਨਾਂ ਮੈਨੂੰ ਬੜਾ ਸਤਾਇਆ ਹੈ, ਬੜਾ ਤੰਗ ਕੀਤਾ ਹੈ। ਇਹ ਸੋਚ ਕੇ ਹੁਣ ਅਬਦਾਲੀ ਖਾਲਸੇ ਦੇ ਮਗਰ ਪਿਆ ਏ। ਵੱਡਾ ਘੱਲੂਘਾਰਾ ਜਿਹੜਾ ਕੋਪਰ ਹੀੜੇ ਦੇ ਮੈਦਾਨ ਤੋਂ ਮਲੇਰਕੋਟਲੇ ਨੇੜਿਓਂ ਸ਼ੁਰੂ ਹੋ ਕੇ ਕੁਤਬ ਬਾਹਮਣੀਆਂ ਪਿੰਡ ਤੇ 30 ਕਿਲੋਮੀਟਰ ਦੇ ਸਾਧ ਸੰਗਤ ਦਾਇਰੇ ਦੇ ਵਿੱਚ ਜਿਵੇਂ ਸਿੰਘਾਂ ਦਾ ਖੂਨ ਡੁੱਲਾ, ਪਰ ਫੇਰ ਵੀ ਖਾਲਸੇ ਨੇ ਜਜ਼ਬਾ ਨਹੀਂ ਹਾਰਿਆ। ਵੱਡੇ ਘੱਲੂਘਾਰੇ ਦੇ ਵਿੱਚ ਜਿਵੇਂ ਫਿਰ ਪੰਥ ਚੜ੍ਹਦੀ ਕਲਾ ਦੇ ਵਿੱਚ ਆਇਆ। ਅਨੇਕਾਂ ਸ਼ਹੀਦੀਆਂ ਪਾਉਣ ਤੋਂ ਬਾਅਦ ਇਹ ਉਹ ਸ਼ਹੀਦਾਂ ਦੇ ਜਜ਼ਬੇ ਦੀ, ਸਿਦਕ ਦੀ, ਕੁਰਬਾਨੀ ਦੀ ਕਥਾ ਹੈ। ਇਕਾਗਰਤਾ ਬਖਸ਼ੋ, ਸਰਵਣ ਕਰੀਏ ਮਹਾਰਾਜ ਸਾਹਿਬ ਜੀ ਦੇ ਖਾਲਸੇ ਦਾ ਪਵਿੱਤਰ ਇਤਿਹਾਸ, ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੁੰਡਲੀਆ ਸੁਨੋ ਬਾਤ ਤਬ ਸਿੰਘਨ ਕੀ, ਕਰੀ ਸ਼ਾਹੀ ਜਮਕੂਟ। ਭਾਈ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਇਸ ਸਾਖੀ ਦੇ ਅਖੀਰ 'ਚ ਜਾ ਕੇ ਦੱਸਿਆ ਏ ਵੀ ਮੇਰਾ ਚਾਚਾ ਤੇ ਮੇਰਾ ਪਿਤਾ ਵੀ ਇਸ ਜੰਗ ਦੇ ਵਿੱਚ ਸ਼ਾਮਲ ਸਨ। ਤੇ ਜਿਵੇਂ ਸਿੰਘਾਂ ਨੇ ਜੰਗ ਕੀਤਾ ਅਬਦਾਲੀ ਦੇ ਨਾਲ, ਉਹਨਾਂ ਨੇ ਮੈਨੂੰ ਕਥਾ ਦੱਸੀ ਤੇ ਕੁਝ ਹੋਰ ਬਜ਼ੁਰਗਾਂ ਤੋਂ ਲਿਖ ਕੇ ਮੈਂ ਲਿਖੀ ਹੈ। ਕਹਿੰਦੇ ਹੁਣ ਖਾਲਸੇ ਪੰਥ ਦੀ ਗੱਲ ਸੁਣੋ। ਜਿਵੇਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੇ ਵਿੱਚ ਕਬਜ਼ਾ ਕਰਕੇ ਬੜਾ ਹੰਕਾਰਿਆ ਗਿਆ, ਜਿਵੇਂ ਇਹਨੇ ਖਾਲਸੇ ਦੇ ਉੱਤੇ ਚੜ੍ਹਾਈ ਕੀਤੀ ਲੁਟੇਰੇ ਨੇ। ਅਹਿਮਦ ਸ਼ਾਹ ਅਬਦਾਲੀ ਨੇ ਬੜਾ ਜ਼ੋਰ ਲਾਇਆ, ਖਾਲਸੇ ਨੂੰ ਕੁੱਟਦਿਆਂ ਮਾਰਦਿਆਂ ਕਹਿੰਦੇ ਥੱਕ ਗਿਆ। ਖਾਲਸਾ ਨਹੀਂ ਇਹਦੇ ਕੋਲ ਮੁੱਕਿਆ, ਖਾਲਸੋ ਭਇਓ ਅਖੂਟ, ਖਾਲਸਾ ਨਾ ਮੁੱਕਣ ਵਾਲਾ ਹੋਇਆ, ਅਖੁੱਟ ਹੋਇਆ। ਭਾਵ ਕਿ ਖਾਲਸੇ ਨੂੰ ਅਬਦਾਲੀ ਖਤਮ ਕਰਨ ਦੀ ਨੀਅਤ ਦੇ ਨਾਲ ਆਇਆ ਸੀ, ਪਰ ਗੁਰੂ ਕਾ ਪੰਥ ਖਾਲਸਾ ਨਾ ਮੁੱਕਿਆ। ਖਾਲਸਾ ਏਦਾਂ ਕਹਿੰਦੇ ਵੀ ਮੁੱਕਣ ਤੋਂ ਰਹਿਤ ਹੋਇਆ ਜਿਵੇਂ ਸੁੰਮੇਵਾਣੀ ਨਦੀ ਹੁੰਦੀ ਹੈ। ਬਰਸਾਤਾਂ ਦੇ ਦਿਨ ਚੱਲ ਰਹੇ ਨੇ ਨਾ, ਜਦੋਂ ਮੀਂਹ ਪੈਂਦਾ ਏ ਤੇ ਕਈ ਜਿਹੜੇ ਨਾਲੇ ਹਨ ਪਹਾੜਾਂ 'ਚੋਂ ਪਾਣੀ ਉਤਰਨ ਕਰਕੇ ਚੱਲਦੇ ਨੇ। ਜਦੋਂ ਵਰਖਾ ਦੀ ਰੁੱਤ ਖਤਮ ਹੋ ਜੇ ਤੇ ਉਹ ਨਾਲੇ ਜਿਹੜੇ ਹਨ, ਰੋਹੀਆਂ ਜਿਹੜੀਆਂ ਡਰੇਨਾਂ ਨੇ, ਫਿਰ ਸੁੱਕ ਜਾਂਦੀਆਂ ਨੇ। ਪਰ ਇੱਕ ਦਰਿਆ ਉਹ ਹੁੰਦੇ ਆ ਜਿਨ੍ਹਾਂ ਦੇ ਸੋਮੇ ਜਿਹੜੇ ਹੈ ਉਹ ਸਾਰਾ ਸਾਲ ਰਾਤ ਦਿਨ ਲਗਾਤਾਰ ਵਗਦੇ ਰਹਿੰਦੇ, ਉਹਨਾਂ 'ਚੋਂ ਪਾਣੀ ਨਹੀਂ ਮੁੱਕਦਾ। ਸੋਮੇ ਦਾ ਪਾਣੀ ਨਹੀਂ ਮੁੱਕਦਾ, ਬਰਸਾਤਾਂ ਦੇ ਪਾਣੀ ਦੇ ਨਾਲ ਚੱਲਦੀਆਂ ਨਦੀਆਂ ਸੁੱਕ ਜਾਂਦੀਆਂ ਨੇ ਸਮਾਂ ਪਾ ਕੇ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਸੁੰਮੇਵਾਣੀ ਨਦੀ ਦੀ ਨਿਆਈ ਹੈ, ਵੀ ਇਹ ਉਹ ਨਹੀਂ ਹੈ ਵੀ ਬਰਸਾਤ ਪਈ ਤੇ ਪਾਣੀ ਆ ਗਿਆ ਤੇ ਫਿਰ ਸੁੱਕ ਗਏ। ਇਹ ਕਹਿੰਦੇ ਵੀ ਸੁੰਮੇਵਾਣੀ ਨਦੀ ਦੀ ਨਿਆਈ ਹੈ, ਜਿਵੇਂ ਉੱਥੇ ਪਾਣੀ ਫੁੱਟਦਾ ਜਾਂਦਾ ਹੈ ਤੇ ਨਦੀ ਚੱਲਦੀ ਜਾਂਦੀ, ਦਰਿਆ ਭਰੇ ਰਹਿੰਦੇ। ਇੱਦਾਂ ਗੁਰੂ ਕਾ ਖਾਲਸਾ ਜਿੰਨਾ ਕੋਈ ਮੁਕਾਉਣ ਦਾ ਯਤਨ ਕਰਦਾ ਏ, ਓਨਾ ਹੀ ਹੋਰ ਚੜ੍ਹਦੀ ਕਲਾ ਦੇ ਵਿੱਚ ਤੇ ਜ਼ਿਆਦੀ ਗਿਣਤੀ ਦੇ ਵਿੱਚ ਪ੍ਰਗਟ ਹੁੰਦਾ ਹੈ। ਆ ਜਿਵੇਂ ਸੋਮਿਆਂ ਦਾ ਪਾਣੀ ਹੁੰਦਾ ਹੈ ਵੀ ਅਗਲਾ ਪਾਣੀ ਅੱਗੇ ਤੁਰਿਆ ਜਾਂਦਾ ਹੈ ਤੇ ਪਿੱਛੋਂ ਹੋਰ ਪਾਣੀ ਆ ਕੇ ਦਰਿਆ ਨਦੀ ਦੇ ਵਿੱਚ ਪਈ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਗੁਰੂ ਪੰਥ ਖਾਲਸਾ ਇਹ ਜਿਹੜੇ ਪਹਿਲੇ ਸਿੰਘ ਆ ਉਹ ਕੁਰਬਾਨੀਆਂ ਕਰਕੇ ਸ਼ਹੀਦੀਆਂ ਪਾ ਕੇ ਅੱਗੇ ਤੁਰੇ ਜਾਂਦੇ ਆ, ਤੇ ਇੱਕ ਸਿੰਘ ਸ਼ਹੀਦ ਦੇ ਬਦਲੇ ਫਿਰ 10-10 ਸਿੰਘ ਹੋਰ ਪੰਥ ਵਿੱਚ ਪ੍ਰਗਟ ਹੋ ਜਾਂਦੇ ਹਨ। ਜਦੋਂ ਕਈਆਂ ਨੇ ਮੁਕਾਉਣ ਦਾ ਯਤਨ ਕੀਤਾ ਤੇ ਅਖੀਰ ਸਾਰਿਆਂ ਨੇ ਇਹੀ ਕਿਹਾ ਵੀ ਇਹ ਖਾਲਸਾ ਸਤਿਗੁਰਾਂ ਨੇ ਵਧਾਇਆ ਹੈ। ਇਹ ਗੁਰੂ ਪੰਥ ਖਾਲਸੇ ਦੀ ਜਿਹੜੀ ਬਰਕਤ ਹੈ ਉਹ ਗੁਰੂ ਕਲਗੀਧਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਪੈ ਰਹੀ ਹੈ। ਗੁਰੂ ਮਹਾਰਾਜ ਆਪਣੇ ਪੰਥ ਨੂੰ ਘਟਣ ਨਹੀਂ ਦਿੰਦਾ। ਦੁਸ਼ਮਣ ਤੇ
ਜੇ ਖਾਲਸਾ ਸੋ ਥੋਰ ਜਿਉ ਗਾਰੇ। ਖਾਲਸਾ ਦੇ ਕਹਿੰਦੇ ਇਦਾਂ ਵੀ ਜਿਵੇਂ ਸੋਮਿਆਂ ਦਾ ਪਾਣੀ ਹੋਵੇ ਉਹ ਸਦਾ ਵਗਦਾ ਤੇ ਵੱਧਦਾ ਰਹਿੰਦਾ, ਪਰ ਜਿਹੜੇ ਖਾਲਸੇ ਦੇ ਦੁਸ਼ਮਣ ਬਣ ਕੇ ਆਏ ਉਹ ਕਹਿੰਦੇ ਥੋਹਰ ਦੀ ਤਰ੍ਹਾਂ ਗਲ ਗਏ। ਇੱਕ ਥੋਹਰ ਬੂਟਾ ਹੀ ਹੈ ਇੱਕ ਕਿਸਮ ਦਾ, ਇਹ ਜਦੋਂ ਬੂਟਾ ਜੋਬਨ ਤੇ ਹੁੰਦਾ ਹੈ ਤੇ ਆਪਣੇ ਆਪ ਹੀ ਇਹਨੂੰ ਚਿੱਟੀ ਜੀ ਉੱਲੀ ਲੱਗ ਕੇ ਤੇ ਆਪ ਹੀ ਗਲ ਕੇ ਸੜ ਕੇ ਤੇ ਖਤਮ ਹੋ ਜਾਂਦਾ ਹੈ। ਜਿਹੜੇ ਪੰਥ ਦੇ ਵੈਰੀ ਸੀ ਉਹਦੇ ਕਹਿੰਦੇ ਵੀ ਥੋਹਰ ਦੇ ਬੂਟੇ ਦੀ ਨਿਆਈ ਹਨ, ਭਾਵ ਵੀ ਉਹ ਗਲ ਗਏ ਨੇ, ਸਾਰੇ ਨਾਸ ਹੋ ਗਏ। ਜਿਹੜਾ ਪੰਥ ਦਾ ਬੁਰਾ ਸੋਚਦਾ ਸੀ, ਪਠਾਣਾ ਦਾ ਰਾਜ ਨਹੀਂ ਰਿਹਾ, ਉਹ ਤੋਂ ਬਾਅਦ ਮੁਗਲਾਂ ਦਾ ਰਾਜ ਨਹੀਂ ਰਿਹਾ, ਅੰਗਰੇਜ਼ ਨਹੀਂ ਰਹਿਣਾ ਉਹਨਾਂ ਵੀ ਨਹੀਂ ਜਿਹੜਾ ਹੁਣ ਵੀ ਪੰਥ ਦੇ ਨਾਲ ਮੱਥਾ ਲਾਵੇਗਾ, ਕਿਉਂਕਿ ਖਾਲਸਾ ਸੁਮੇਵਾਣੀ ਨਦੀ ਇਹ ਸਦਾ ਵੱਧਦਾ ਏ ਤੇ ਗੁਰੂ ਪੰਥ ਖਾਲਸੇ ਦਾ ਜਿਹੜਾ ਵੈਰੀ ਬਣ ਕੇ ਬਹਿ ਜਾਂਦਾ ਏ ਉਹ ਥੋਹਰ ਦੇ ਬੂਟੇ ਦੀ ਤਰ੍ਹਾਂ ਗਲ ਜਾਂਦਾ, ਆਪੇ ਹੀ ਨਾਸ ਹੋ ਜਾਂਦਾ ਏ। ਟੱਬਰ ਬਹਾਲੇ ਮਾੜਵੇ ਚੜ ਦੂਟਤ ਫੌਜ ਸਖਾਏ। ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਤੇ ਗੁਰੂ ਖਾਲਸੇ ਨੇ ਮਾਲਵੇ ਦੇ ਵਿੱਚ ਆਪਣੇ ਟੱਬਰ ਬਿਠਾ ਤੇ ਦੁਆਬੇ ਦੇ ਸਿੰਘਾਂ ਨੇ, ਮਾਝੇ ਦੇ ਸਿੰਘਾਂ ਨੇ, ਲਾਹੌਰ ਦੇ ਸਿੱਖਾਂ ਦੇ ਜਿਹੜੇ ਪਰਿਵਾਰ, ਬਿਰਧ, ਬੱਚੇ ਬੱਚੀਆਂ, ਮਾਈਆਂ ਭੈਣਾਂ, ਉਹ ਸਾਰਿਆਂ ਨੂੰ ਮਾਲ ਵਿੱਚ ਛੱਡ ਆਏ। ਬਠਿੰਡੇ ਦੇ ਵਿੱਚ ਦਮਦਮਾ ਸਾਹਿਬ, ਫਿਰ ਜੈਤੋਂ ਪਰੇ ਹੋਰ ਜਾਂਦਿਆਂ ਤਰਨਤਾਰਨ ਤੀਕਰ, ਬੁੱਢੇ ਜੋੜ ਤੀਕਰ ਇਧਰਲੇ ਇਲਾਕੇ 'ਚ ਖਾਲਸੇ ਨੇ ਆਪਣੇ ਟੱਬਰ ਰੱਖੇ ਸੀ ਤੇ ਆਪ ਗੁਰੂ ਕਾ ਖਾਲਸਾ ਹੱਲਾ ਕਰਕੇ ਵੈਰੀ ਦੇ ਉੱਤੇ ਆਣ ਪੈਂਦਾ। ਆਗੇ ਪਾਛੇ ਰਾਤ ਦਿਨ ਦੌੜ ਸਛਾਏ ਅਕਾਹੇ। ਜਦੋਂ 1761 ਦੇ ਵਿੱਚ ਪਾਣੀਪਤ ਦੇ ਵਿੱਚ ਮਰਹੱਟਿਆਂ ਦਾ ਲੱਕ ਤੋੜ ਕੇ ਅਬਦਾਲੀ ਵਾਪਸ ਮੁੜਿਆ ਤੇ ਕਹਿੰਦੇ ਅਨੇਕ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਵੀ ਨਾਲ ਚੁੱਕ ਕੇ ਲੈ ਗਿਆ। ਮਾਲ ਮੱਤਾ ਵੀ ਬਥੇਰਾ ਇਹਦੇ ਹੱਥ ਲੱਗਾ ਤੇ ਜਦੋਂ ਇਹ ਟੱਪਿਆ ਅੱਗੇ ਪਾਰ ਕਰਨਾਲ ਤੋਂ ਥੋੜਾ ਜਿਹਾ ਅੱਗੇ ਆਇਆ, ਇੱਥੋਂ ਫਿਰ ਸਿੰਘਾਂ ਨੇ ਹੱਲੇ ਸ਼ੁਰੂ ਕਰ ਦਿੱਤੇ। ਜਥਾ ਬਣਾ ਕੇ ਆਉਂਦੇ ਆ, ਕਦੀ ਅਗਲੇ ਪਾਸੇ ਆ ਕੇ ਪੈ ਜਾਂਦੇ ਆ, ਕਦੀ ਪਿਛਲੇ ਪਾਸੇ ਆ ਕੇ ਪੈਂਦੇ, ਕਦੀ ਵਿਚਕਾਏ ਆ ਕੇ ਪੈਂਦੇ ਆ। ਬਹੁ ਬੇਟੀਆਂ ਸਾਰੀਆਂ ਤਕਰੀਬਨ ਖਾਲਸੇ ਨੇ ਛੁਡਾ ਲਈਆਂ। ਹਿੰਦੁਸਤਾਨ ਦੀ ਇੱਜ਼ਤ ਜਿਹੜੀ ਸੀ, ਉਹ ਸਨਾਤਨੀਆਂ ਦੀ ਜਿਹੜੀ ਇੱਜ਼ਤ ਸੀ, ਉਹ ਖਾਲਸੇ ਨੇ ਸੁਰੱਖਿਅਤ ਰੱਖ ਲਈ ਵੀ ਬਹੁ ਬੇਟੀਆਂ ਧੀਆਂ ਭੈਣਾਂ ਪੰਥ ਦੀ ਸੋਚ ਹੈ ਵੀ ਇਹ ਸਾਂਝੀਆਂ ਹੁੰਦੀਆਂ ਨੇ, ਜਿਸ ਕਰਕੇ ਪੰਥ ਨੇ ਸਨਾਤਨ ਧਰਮ ਵਾਲਿਆਂ ਦੀਆਂ ਇੱਜ਼ਤਾਂ ਬਚਾਈਆਂ। ਅਬਦਾਲੀ ਦੇ ਕੋਲੋਂ ਮਰਹੱਟਿਆਂ ਦੇ ਪਰਿਵਾਰ, ਹੋਰ ਜਿਹੜੇ ਕੋਈ ਹਿੰਦੂ ਸੀ ਉਹਨਾਂ ਦੇ ਪਰਿਵਾਰ ਚੁੱਕ ਕੇ ਲੈ ਕੇ ਜਾ ਰਿਹਾ ਸੀ। ਖਾਲਸੇ ਨੇ ਬੜਾ ਲੁੱਟਿਆ, ਲਾਹੌਰ ਤੀਕਰ ਲੁੱਟਿਆ, ਖਜ਼ਾਨਾ ਵੀ ਲੁੱਟਿਆ, ਇਹਦੀ ਫੌਜ ਦਾ ਨੁਕਸਾਨ ਵੀ ਬੜਾ ਕੀਤਾ। ਇਹਦਾ ਅਹਿਮਦ ਸ਼ਾਹ ਅਬਦਾਲੀ ਨੂੰ ਪੰਥ ਨੇ ਬੜਾ ਦੁਖੀ ਕੀਤਾ, ਬੜਾ ਅੱਕ ਗਿਆ। ਕਹਿੰਦੇ ਫੇਰ ਇਹਨੇ ਸਾਰੀ ਖਬਰ ਸਾਰ ਲਈ ਵੀ ਸਿੱਖਾਂ ਵੱਲ ਮੂੰਹ ਕਰਾਂ। ਇਹ ਸੋਚ ਕੇ ਤੇ ਪਹਿਲਾਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਜਿੱਥੇ ਖਾਲਸੇ ਨੇ ਰਾਮ ਰੌਣੀ ਨਾਮ ਦਾ, ਜਿਹਨੂੰ ਰਾਮਗੜ੍ਹ ਕਹਿਣ ਲੱਗ ਪਏ ਸੀ, ਜਿੱਤੋਂ ਰਾਮਗੜ੍ਹੀਏ ਪ੍ਰਸਿੱਧ ਹੋਏ। ਉਹ ਜਿਹੜਾ ਕਿਲਾ ਬਣਿਆ ਸੀ, ਸਿੰਘ ਸਾਰੇ ਜੰਗਲਾਂ ਦੇ ਵਿੱਚ ਮਾਲਵੇ ਨੂੰ ਚਲੇ ਗਏ। ਅਬਦਾਲੀ ਨੂੰ ਲੁੱਟ ਕੇ ਇਹਨੇ ਆ ਕੇ ਉਸ ਕਿਲੇ ਦੇ ਵਿੱਚ ਆਪਣਾ ਆਸਣ ਲਾ ਲਿਆ, ਕਬਜ਼ਾ ਕਰ ਲਿਆ। ਅਬਦਾਲੀ ਫਿਰ ਜਿੰਨੇ ਵੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਨੇ ਉਹਨਾਂ ਦੀ ਬੇਅਦਬੀ ਕਰਨ ਲੱਗਾ। ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਢਾਉਣ ਲੱਗ ਪਿਆ। ਇਹਦੀ ਫੌਜ ਦੀ ਗਿਣਤੀ 3 ਲੱਖ ਦੇ ਕਰੀਬ ਸੀ ਤੇ ਕਿੰਨੇ ਘੋੜੇ ਹੋਣਗੇ। ਘੋੜਿਆਂ ਦੀ ਜਿਹੜੀ ਲਿੱਦ ਹੈ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਪਾ ਕੇ ਤੇ ਗੁਰੂ ਰਾਮਦਾਸ ਜੀ ਦਾ ਸਰੋਵਰ ਪੂਰ ਦਿੱਤਾ। ਉਹਦੇ ਵਿੱਚ ਹੋਰ ਮਿੱਟੀ ਵੀ ਪਾਈ, ਘੋੜਿਆਂ ਦੀ ਲਿੱਦ ਵੀ ਪਾਈ, ਪਸ਼ੂਆਂ ਦੇ ਮਰਿਆਂ ਦੇ ਹੱਡ ਵੀ ਪਾਏ ਤੇ ਉਹਦੇ ਵਿੱਚ ਜੌਂ ਬੀਜ ਤੇ ਕਹਿੰਦਾ ਵੀ ਇਹ ਬੀਜੇ ਹੋਏ ਜੌਂ ਜਿਹੜੇ ਆ ਮੈਂ ਆਪਣੇ ਘੋੜਿਆਂ ਨੂੰ ਚਾਰ ਕੇ ਤੇ ਫੇਰ ਇੱਥੋਂ ਜਾਵਾਂਗਾ। ਮੱਧ ਹਰਿਮੰਦਰ ਢਾਹ ਤਿਨ ਦਇਓ। ਤੇ ਸਾਧ ਸੰਗਤ ਜੀ, ਮੱਧ ਹਰਿਮੰਦਰ ਜੋ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਹੈ, ਅਬਦਾਲੀ ਨੇ ਉਹ ਹਰਿਮੰਦਰ ਸਾਹਿਬ ਹੀ ਢਾਹਤਾ। ਕਿਉਂਕਿ ਇਹਨੇ ਪੁੱਛਿਆ ਨਾ ਵੀ ਇਹ ਜਿਹੜੇ ਸਿੱਖ ਹੈ ਵੀ ਇਹ ਮੇਰੇ ਤੋਂ ਖਤਮ ਕਿਉਂ ਨਹੀਂ ਹੁੰਦੇ, ਇਹ ਮੇਰੇ ਅੱਗੇ ਕੋਈ ਵੇਰਿਆ ਨਹੀਂ, ਮੈਂ ਜੋ ਕਾਬਲ ਤੋਂ ਚੱਲਦਾ ਹੈ ਕੋਈ ਮੇਰੇ ਰਾਹ ਵਿੱਚ ਅੜਦਾ ਨਹੀਂ ਹੈ। ਜਿਹੜਾ ਕਿਲਾ ਅਲੀਗੜ੍ਹ ਦਾ ਕਹਿੰਦੇ ਸੀ 12 ਸਾਲ ਨਹੀਂ ਕੋਈ ਜਿੱਤ ਸਕਦਾ, ਮੈਂ ਉਹ 8 ਦਿਨਾਂ 'ਚ ਜਿੱਤਿਆ। ਪਰ ਇਹ ਸਿੱਖ ਕੌਣ ਨੇ
ਇਹ ਨਾ ਮੇਰੇ ਦਾ ਆਉਂਦੇ ਆ, ਨਾ ਖਤਮ ਹੁੰਦੇ ਆ, ਤੇ ਨਾ ਮੈਨੂੰ ਸਤਾਉਣੋਂ ਹਟਦੇ ਆ। ਤੇ ਜਾਣਕਾਰ ਜਿਹੜੇ ਸੀ ਉਹਨਾਂ ਦੱਸਿਆ ਇਹਨਾਂ ਸਿੱਖਾਂ ਨੂੰ ਸ਼ਕਤੀ ਮਿਲਦੀ ਆ ਅੰਮ੍ਰਿਤ ਸਰੋਵਰ ਚੋਂ, ਹਰਿਮੰਦਰ ਸਾਹਿਬ ਦੇ ਵਿੱਚੋਂ, ਤੇ ਜਿੰਨਾ ਚਿਰ ਇਹਨਾਂ ਦਾ ਉਹ ਸਥਾਨ ਰਹੇਗਾ ਉਹਨਾਂ ਚਿਰ ਇਹ ਮੁੱਕਣੇ ਨਹੀਂ। ਇਹ ਸੋਚ ਕੇ ਅਬਦਾਲੀ ਨੇ ਅੰਮ੍ਰਿਤ ਸਰੋਵਰ ਪੂਰ ਦਿੱਤਾ ਤੇ ਹਰਿਮੰਦਰ ਸਾਹਿਬ ਜਿਹੜਾ ਪਾਵਨ ਸਥਾਨ ਹੈ ਉਹ ਵੀ ਢਾਹ ਦਿੱਤਾ। ਇਹ ਦਾਰੂ ਕੁੱਪੇ ਚਨਾਵਤ ਭਇਓ। ਕਿੱਦਾਂ ਕਹਿੰਦੇ ਵੀ ਉਹਨੂੰ ਢਾਇਆ, ਵੀ ਬਰੂਦ ਦੇ ਕੁੱਪੇ ਭਰ ਕੇ, ਕੁੱਪਾ ਦੇ ਵੇਖਿਆ ਹੀ ਪੁਰਾਣੇ ਬਜ਼ੁਰਗਾਂ ਨੇ ਥੱਲਿਓਂ ਚੌੜਾ ਹੁੰਦਾ ਹੈ ਤੇ ਉੱਪਰੋਂ ਮੂੰਹ ਤੰਗ ਹੁੰਦਾ ਹੈ, ਉਹਦੇ ਵਿੱਚ ਬਰੂਦ ਭਰ ਕੇ ਤੇ ਫੀਤਾ ਲਾ ਕੇ ਤੇ ਜਿਹੜੀਆਂ ਹਰਿਮੰਦਰ ਸਾਹਿਬ ਜੀ ਦੀਆਂ ਨੀਹਾਂ ਸੀ ਉਹਨਾਂ ਦੇ ਨੇੜੇ ਰੱਖ ਕੇ ਇੰਨੇ ਦਿਨ ਕੋ ਅਗਨ ਲਗਾਏ। ਉਹਨਾਂ ਕੁੱਪਿਆਂ ਨੂੰ ਅੱਗ ਲਾਤੀ। ਸਮਝ ਲਓ ਵੀ ਉਸ ਸਮੇਂ ਦੇ ਉਹੀ ਬੰਬ ਸਨ। ਹਰਿਮੰਦਰ ਸਾਹਿਬ ਦੀਆਂ ਨੀਹਾਂ ਨੇੜੇ ਨੇ ਕੁੱਪੇ ਰੱਖ ਕੇ, ਬੰਬ ਰੱਖ ਕੇ ਤੇ ਅੱਗ ਲਾ ਦਿੱਤੇ। ਵੱਡੀ ਇੱਟ ਧੂਆਂ ਹੋਤੀ ਜਾਏ। ਇਹਦਾ ਇਹਨੇ ਬੰਬ ਮਾਰ ਮਾਰ ਕੇ ਬੰਬਾਂ ਦੇ ਨਾਲ ਹਰਿਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਢਾਈ। ਤੇ ਜਦੋਂ ਢਾਹ ਰਿਹਾ ਸੀ ਐਸੀ ਕਲਾ ਵਰਤੇ, ਇਹ ਕਹਿੰਦਾ ਸੀ ਸਿੱਖਾਂ ਦਾ ਹਰਿਮੰਦਰ ਸਾਹਿਬ ਢੱਠਦਾ ਹੋਇਆ ਮੈਂ ਨੇੜਿਓਂ ਵੇਖਣਾ। ਕੁਰਸੀ ਢਾਹ ਕੇ ਤੇ ਨੇੜੇ ਬੈਠਾ ਸੀ। ਜਦੋਂ ਬਰੂਦ ਦੇ ਨਾਲ ਉਹ ਬੰਬ ਫਟਿਆ, ਬਰੂਦ ਨੂੰ ਅੱਗ ਲੱਗੇ ਤੇ ਮਹਾਰਾਜ ਦੀ ਕਲਾ ਵਰਤੀ। ਹਰਿਮੰਦਰ ਸਾਹਿਬ ਦੀ ਇੱਕ ਇੱਟ ਜਾ ਕੇ ਅਬਦਾਲੀ ਦੇ ਨੱਕ ਤੇ ਵੱਜੇ। ਨੱਕ ਕੇ ਉੱਪਰ ਸਾਏ। ਜਿੱਥੇ ਇਹ ਬੈਠਾ ਸੀ ਨਾ ਉੱਥੇ ਇੱਟ ਗਈ ਆ, ਬਾਕੀ ਜਿਹੜੀਆਂ ਇੱਟਾਂ ਇੰਨੀ ਦੂਰ ਨਹੀਂ ਸੀ ਗਈਆਂ। ਮਾਨੋ ਵੀ ਜਿਵੇਂ ਸ਼ਹੀਦਾਂ ਸਿੰਘਾਂ ਨੇ ਆਪ ਫੜ ਕੇ ਦੇ ਨੱਕ ਤੇ ਮਾਰੀ ਹੋਵੇ। ਸ਼ਹੀਦੀ ਪਹਿਰਾ ਹੋਰ ਕੀ ਹੁੰਦਾ ਏ? ਸ਼ਹੀਦੀ ਫੌਜਾਂ ਇਹੀ ਕਾਰਨਾਮੇ ਕਰਦੀਆਂ ਏ, ਗੁਪਤ ਰੂਪ ਦੇ ਵਿੱਚ ਵੈਰੀ ਦਾ ਸੋਧਾ ਲਾ ਦੇਣਾ। ਤੇ ਅਬਦਾਲੀ ਦੇ ਨੱਕ ਦੇ ਆ ਕੇ ਇੱਟ ਵੱਜੀ ਤੇ ਇਹਦੀ ਹੱਡੀ ਟੁੱਟ ਗਈ। ਹੋਏ ਨਾ ਚੰਗਾ ਰੋਗੀ ਕਹਾਏ। ਚੰਗਾ ਨਹੀਂ ਹੋਇਆ, ਇਹਨੂੰ ਬਹੁਤ ਰੋਗ ਲੱਗਾ। ਇਹੀ ਸਾਧ ਸੰਗਤ ਸਮਾਂ ਪਾ ਕੇ ਇਸੇ ਰੋਗ ਦੇ ਨਾਲ ਮਰਿਆ। ਇਹਦੇ ਨੱਕ ਦਾ ਜ਼ਖਮ ਠੀਕ ਨਹੀਂ ਹੋਇਆ। ਹਰਿਮੰਦਰ ਸਾਹਿਬ ਦੀ ਇੱਟ ਉਹ ਪਾਵਨ ਸਥਾਨ ਦੀ ਬੇਅਦਬੀ ਕਰਦਿਆਂ ਇਹਦੇ ਵੱਜੇ। ਤੌਲ ਹੋਰ ਕੇ ਦੁਰ ਪਇਓ ਰਾਹੇ। ਪਹਿਲਾਂ ਦੇ ਕਹਿੰਦਾ ਸੀ ਮੈਂ ਸਾਰਾ ਹੀ ਢਾਹ ਕੇ ਚੰਗੀ ਤਰ੍ਹਾਂ ਜਾਊਂਗਾ, ਇੱਥੋਂ ਜੌਂ ਜਿਹੜੇ ਆਪਣੇ ਘੋੜਿਆਂ ਨੂੰ ਖਵਾ ਕੇ ਜਾਊਂਗਾ। ਜਦੋਂ ਇੱਟ ਵੱਜੀ ਤੇ ਅੰਮ੍ਰਿਤਸਰ ਛੱਡ ਕੇ ਫਿਰ ਲਾਹੌਰ ਜਾ ਕੇ ਬੈਠਾ। ਲਾਹੌਰ ਤਖਤ ਪੈ ਬੈਠਿਓ ਜਾਏ। ਉੱਥੇ ਬੈਠਾ ਵੈਦਾਂ ਹਕੀਮਾਂ ਦੇ ਕੋਲ ਕਈ ਤਰ੍ਹਾਂ ਦੇ ਇਲਾਜ ਕਰਾਏ, ਉਪਚਾਰ ਕਰਾਏ। ਰੱਬੋ ਸਿੰਘਨ ਕੇ ਚੁਣ ਚੁਣ ਮਾਰਨ। ਆ ਲਾਹੌਰ ਦੇ ਵਿੱਚੋਂ ਹੀ ਹੁਣ ਆਪਣੀ ਫੌਜ ਭੇਜਦਾ, ਕਹਿੰਦਾ ਮੈਨੂੰ ਕੀ ਜਾਣ ਦੀ ਲੋੜ ਹੈ। 2000 10,000 20,000 ਸਿਪਾਹੀ ਭੇਜ ਦਿੰਦਾ ਹੈ ਵੀ ਸਿੰਘਾਂ ਨੂੰ ਲੱਭ ਲੱਭ ਕੇ ਖਤਮ ਕਰ ਦਿਓ, ਮਾਰ ਦਿਓ। ਬਹੁਤ ਖੋਟੇ ਅਣਕੀਨੋ ਕਾਰਨ। ਇਹਨੇ ਬੜੇ ਖੋਟੇ ਕਹਿੰਦੇ ਕੰਮ ਕੀਤੇ, ਪ੍ਰਜਾ ਨੂੰ ਵੀ ਦੁਖੀ ਕੀਤਾ, ਕਿਉਂਕਿ ਲੁਟੇਰਾ ਸੀ ਨਾ, ਲੁੱਟਣ ਵਾਸਤੇ ਹੀ ਆਇਆ ਸੀ ਦੇਸ਼ ਨੂੰ। ਫਿਰ ਸਿੱਖੇ ਦੀ ਲੁੱਟ ਜਿਹੜੀ ਸੀ ਉਹਦੇ ਵਿੱਚੋਂ ਮਾਲ ਵਾਪਸ ਰੱਖ ਲੈਂਦੇ ਸੀ ਭਾਰਤ ਦੇ ਵਿੱਚ ਸਿੰਘਾਂ ਦੇ ਨਾਲ। ਇਸ ਕਰਕੇ ਖਾਰ ਖਾਂਦਾ। ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਹਰਿਮੰਦਰ ਸਾਹਿਬ ਢਾਹਤਾ। ਅੰਮ੍ਰਿਤ ਸਰੋਵਰ ਸਾਹਿਬ ਦਾ ਅਬਦਾਲੀ ਨੇ ਪੂਰ ਦਿੱਤਾ। ਬਹੁਤ ਸਿੰਘ ਮਾਲਵੇ ਬੜੇ ਕਿਤ ਕਰਹਿ ਬੜ ਝੱਲ। ਇੱਧਰ ਜਦੋਂ ਅਬਦਾਲੀ ਨੇ ਆਪਣੇ ਹੱਲੇ ਸਿੰਘਾਂ ਦੇ ਸ਼ੁਰੂ ਕੀਤੇ ਤੇ ਬਹੁਤੇ ਸਿੰਘ ਮਾਲਵੇ ਦੇ ਵਿੱਚ ਜਾ ਕੇ ਤੇ ਗੁਜ਼ਾਰਾ ਕਰਨ ਲੱਗ ਪਏ। ਤੇ ਕੁਝ ਸਿੰਘ ਜਿਹੜੇ ਸੀ ਉਹ ਝੱਲਾਂ ਦੇ ਵਿੱਚ ਰਹੇ। ਝੱਲ ਹੁੰਦੇ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ, ਜਿਵੇਂ ਉਧਰ ਪਰੇ ਚਨਾਬ ਨਦੀ, ਉਧਰ ਤੀਕਰ ਫਿਰ ਰਾਵੀ ਦਰਿਆ, ਇਹਨਾਂ ਦਰਿਆਵਾਂ ਦੇ ਕਿਨਾਰਿਆਂ ਦੇ ਵਿੱਚ ਝੱਲਾਂ ਦੇ ਵਿੱਚ ਕੁਝ ਸਿੰਘ ਲੋਕੇ ਸਮਾਂ ਗੁਜ਼ਾਰਦੇ ਨੇ। ਜਿਹੜੇ ਗਿਲਜੇ ਪਠਾਨ ਹੈ ਇਹ ਲਾਹੌਰ ਤੋਂ ਮਾਲ ਕਾਬਲ ਨੂੰ ਸਪਲਾਈ ਕਰਦੇ ਰਹਿੰਦੇ ਸੀ। ਜੋ ਕੁਝ ਲੁੱਟਿਆ ਨਾਲੋਂ ਨਾਲ ਭੇਜਦੇ ਸੀ ਆਪਣੇ ਦੇਸ਼ ਦੇ ਵਿੱਚ। ਤੇ ਸਿੰਘ ਜਿਹੜੇ ਸੀ ਉਹ ਵੀ ਉਸੇ ਰਾਹ ਦੇ ਦਾਲ ਆ ਕੇ ਬੈਠੇ ਰਹਿੰਦੇ। ਜਦੋਂ ਲਾਹੌਰ ਤੋਂ ਕਾਬਲ ਦੇ ਰਾਹ ਦੇ ਉੱਤੇ ਕੋਈ ਇਹਦਾ ਮਾਮਲਾ, ਕੋਈ ਮਾਇਆ, ਕੋਈ ਸਰਕਾਰੀ ਰਾਸ਼ਨ ਜਾਂਦਾ ਗਿਲਜਿਆਂ ਦਾ, ਤੇ ਸਿੰਘ ਕਾਬਲ ਦੇ ਰਾਹ ਦੇ ਵਿੱਚ ਹੀ ਲੁੱਟ ਮਾਰ ਕਰਕੇ ਸਾਰਾ ਕੁਝ ਲੈ ਜਾਂਦੇ। ਜਿਹੜਾ ਅਹਿਮਦ ਸ਼ਾਹ ਸੀ ਨਾ, ਇਹ ਖਾਲਸੇ ਨੇ ਬੜਾ ਅਕਾਤ ਆਏ, ਬੜਾ ਦੁਖੀ ਹੋਇਆ ਵੀ ਇਹ ਸਿੰਘ ਕਿਹੋ ਜਿਹੇ ਮੇਰੇ ਪੇਸ਼ ਪਏ ਐ।
ਵੀ ਇਹ ਮੇਰਾ ਰਾਹ ਦਿੱਲੀ ਤੋਂ ਆਉਂਦਿਆਂ ਲਾਹੌਰ ਤੀਕਰ ਵੀ ਨਹੀਂ ਛੱਡਦੇ, ਜੇ ਮੈਂ ਲਾਹੌਰ ਤੋਂ ਕਾਬਲ ਕੋਈ ਭੇਜਦਾ ਤੇ ਉਹ ਵੀ ਲੁੱਟ ਕੇ ਲੈ ਜਾਂਦੇ ਨੇ। ਇਹਨੇ ਕੀ ਕੀਤਾ ਵੀ ਇੱਕ ਬਹੁਤ ਸਾਰੀ ਗਿਣਤੀ ਫੌਜ ਦੀ ਤਿਆਰ ਕਰਕੇ ਦਸਤਾ ਸਿੰਘਾਂ ਨੂੰ ਲੱਭਣ ਵਾਸਤੇ ਚੜਾਇਆ ਵੀ ਜਾਓ ਵੀ ਸਿੰਘਾਂ ਨੂੰ ਲੁੱਟ ਕੇ ਲਿਆਓ, ਕਿਉਂਕਿ ਉਹਨਾਂ ਨੇ ਮੇਰਾ ਬੜਾ ਖਜ਼ਾਨਾ ਬੜਾ ਮਾਲ ਲੁੱਟਿਆ ਏ ਤੇ ਲੁੱਟਿਆ ਹੋਇਆ ਮਾਲ ਵਾਪਸ ਸਿੰਘਾਂ ਦੇ ਕੋਲੋਂ ਲੁੱਟ ਕੇ ਲੈ ਕੇ ਆਵੋ। ਤੇ ਸਾਧ ਸੰਗਤ ਜੀ ਜਦੋਂ ਦਸਤਾ ਸਿੰਘਾਂ ਨੂੰ ਲੁੱਟਣ ਵਾਸਤੇ ਗਿਆ, ਜਿਸੋ ਦਸਤੋ ਸਿੰਘਾਂ ਲਿਓ ਲੁੱਟ, ਜਿਹੜਾ ਦਸਤਾ ਸਿੰਘਾਂ ਨੂੰ ਲੁੱਟਣ ਗਿਆ ਸੀ ਖਾਲਸੇ ਨੇ ਅੱਗੇ ਉਹਨਾਂ ਨੂੰ ਹੀ ਲੁੱਟ ਲਿਆ, ਘੋੜੇ ਖੋ ਕੇ ਸ਼ਸਤਰ ਖੋ ਕੇ ਤੇ ਨੰਗੇ ਪੈਰੀ ਉਹਨਾਂ ਨੂੰ ਲਾਹੌਰ ਨੂੰ ਭਜਾਇਆ ਵੀ ਜੇ ਇੱਥੇ ਅੜੀ ਫੜੀ ਕਰੋਗੇ ਤੇ ਸਿਰ ਵੱਢ ਦੇਾਂਗੇ ਸਾਰਿਆਂ ਦੇ। ਜਿਹੜੇ ਲਾਹੌਰੋਂ ਅਬਦਾਲੀ ਨੇ ਇਹ ਕਹਿ ਕੇ ਭੇਜੇ ਸੀ ਵੀ ਖਾਲਸੇ ਨੂੰ ਲੁੱਟ ਕੇ ਲਿਆਓ, ਖਾਲਸੇ ਨੇ ਉਹਨਾਂ ਦੇ ਝੱਗੇ ਲਵਾ ਲਏ। ਸਿੰਘਾਂ ਦੀ ਨੀਤੀ ਕੀ ਹੈ ਵੀ ਰਾਤ ਹੋਵੇ ਦਿਨ ਹੋਵੇ ਆਪਣੀ ਜੁਗਤੀ ਦੇ ਨਾਲ ਸ਼ੂਟ ਕਰਕੇ ਹੱਲਾ ਕਰਕੇ ਵੈਰੀਆਂ ਤੇ ਪੈ ਜਾਂਦੇ ਨੇ। ਕਿਉਂਕਿ ਰਾਤ ਦੇ ਸਮੇਂ ਜਿਹੜੇ ਗਿਲਜੇ ਆ ਨਾ ਸ਼ਰਾਬਾਂ ਪੀ ਕੇ ਤੇ ਮੂਧੇ ਹੋ ਕੇ ਸੌਂਦੇ ਸਨ, ਤੇ ਸਿੰਘ ਰਾਤ ਦੇ ਸਮੇਂ ਆਪਣੇ ਡੇਰਿਆਂ ਚੋਂ ਨਿਕਲਦੇ ਤੇ ਸੁੱਤਿਆਂ ਨੂੰ ਜਾ ਕੇ ਲੁੱਟ ਲੈਂਦੇ। ਸਿੰਘ ਆਪਣੇ ਡੇਰੇ ਤੋਂ ਪੈਦਲ ਜਾਂਦੇ ਤੇ ਗਿਲਜਿਆਂ ਦੇ ਘੋੜੇ ਖੋਲ ਕੇ ਤੇ ਉਹਨਾਂ ਦੇ ਚੜ ਕੇ ਜਕਾਰੇ ਛੱਡਦੇ ਆ ਵਾਪਸ ਆ ਜਾਂਦੇ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸੁਣਿਆ ਵੀ ਸਿੰਘ ਤਾਂ ਮੇਰੀ ਉਹ ਫੌਜ ਨੂੰ ਵੀ ਲੁੱਟ ਕੇ ਵਾਪਸ ਭੇਜੀ ਜਾਂਦੇ ਆ ਜਿਨ੍ਹਾਂ ਨੂੰ ਮੈਂ ਸਿੰਘਾਂ ਦੇ ਤਾਈਂ ਲੁੱਟਣ ਵਾਸਤੇ ਭੇਜਿਆ, ਇਹ ਗੱਲ ਸੁਣ ਕੇ ਬੜਾ ਗੁੱਸੇ 'ਚ ਬੜਾ ਕ੍ਰੋਧ ਵਿੱਚ ਆਇਆ ਵੀ ਇਹ ਕਿਹੜੀ ਮਿੱਟੀ ਦੇ ਬਣੇ ਆ, ਇਹ ਕੌਣ ਹੁੰਦੇ ਨੇ ਸਿੱਖ ਵੀ ਇਹਨਾਂ ਤੋਂ ਬਗੈਰ ਮੈਨੂੰ ਹਾਲਾਂ ਤੀਕਰ ਕਿਸੇ ਨੇ ਇੰਨਾ ਤੰਗ ਨਹੀਂ ਕੀਤਾ। ਇਹਨੇ ਉਸ ਵੇਲੇ ਕਿਹਾ ਵੀ ਸਿੰਘਾਂ ਦੇ ਉੱਤੇ ਆਪਾਂ ਨੂੰ ਧਾਵਾ ਕਰਨਾ ਚਾਹੀਦਾ ਹੈ, ਜਿਹੜੇ ਪਾਸੇ ਸਿੰਘ ਜਾਂਦੇ ਇਹਨਾਂ ਦੇ ਮਗਰੇ ਹੀ ਜਾਈਏ। ਅਹਿਮਦ ਸ਼ਾਹ ਅਬਦਾਲੀ ਜਿਹੜਾ ਕਹਿੰਦਾ ਹੈ ਵੀ ਇਹ ਜਿਹੜੇ ਸਾਡੇ ਦਸਤੇ ਲੁੱਟ ਕੇ ਸਾਡੀ ਫੌਜ ਲੁੱਟ ਕੇ ਤੇ ਜੰਗਲ ਨੂੰ ਭੱਜ ਜਾਂਦੇ। ਅਬਦਾਲੀ ਆਪਣੀ ਫੌਜ ਆਪਣੇ ਕਮਾਂਡਰਾਂ ਨੂੰ ਵਜ਼ੀਰਾਂ ਨੂੰ ਕਹਿਣ ਲੱਗਾ ਵੀ ਚੜ੍ਹਾਈ ਕਰੋ, ਆਪਾਂ ਜੰਗਲ ਦੇਸ਼ ਇਹਨਾਂ ਦੇ ਮਗਰੇ ਹੀ ਜਾਣਾ ਹੈ। ਜਿਹੜੇ ਵਜ਼ੀਰ ਸੀ ਕਹਿਣ ਲੱਗੇ ਅਹਿਮਦ ਸ਼ਾਹ ਜੀ ਇਹ ਤੇ ਜੰਗਲਾਂ ਦੇ ਭੇਤੀ ਜਾਣੂ ਹੈ, ਜੇ ਆਪਾਂ ਇਹਨਾਂ ਦੇ ਮਗਰ ਜੰਗਲ ਦੇ ਵਿੱਚ ਗਏ ਤੇ ਹੌਲੇ ਹੋ ਕੇ ਆਵਾਂਗੇ, ਪੱਲੇ ਸਾਡੇ ਕੁਝ ਨਹੀਂ ਲੱਗਣਾ ਤੇ ਸਗੋਂ ਪਹਿਲਾਂ ਨਾਲੋਂ ਵੀ ਅਸੀਂ ਔਖੇ ਹੋ ਜਾਵਾਂਗੇ। ਉਹਦਾ ਕਾਰਨ ਇਹ ਆ ਵੀ ਜਿਹੜੇ ਮਝੈਲ ਨੇ ਨਾ ਮਾਝੇ ਦੇ ਸੂਰਮੇ ਕਈ ਹਜ਼ਾਰਾਂ ਦੀ ਗਿਣਤੀ 'ਚ ਸਾਰੇ ਮਾਲਵੇ ਜੀ ਦੇ ਬੈਠੇ ਆ ਮਾਝਾ ਛੱਡ ਕੇ। ਉਹਨਾਂ ਕੋਲ ਚੰਗੇ ਘੋੜੇ ਆ ਚੰਗੀਆਂ ਬੰਦੂਕਾਂ। ਅਬਦਾਲੀ ਕਹਿੰਦਾ ਵੀ ਕਿੱਥੋਂ ਆਏ, ਕਹਿੰਦਾ ਜੀ ਤੁਹਾਨੂੰ ਨਹੀਂ ਪਤਾ, ਆਪਣੇ ਘੋੜੇ ਖੋ ਕੇ ਲੈ ਜਾਂਦੇ ਆ ਤੇ ਆਪਣੀਆਂ ਹੀ ਬੰਦੂਕਾਂ ਅਸਲਾ ਖੋ ਕੇ ਸਿੰਘਾਂ ਨੇ ਮਾਲਵੇ 'ਚ ਇਕੱਠਾ ਕੀਤਾ ਏ। ਫਿਰ ਜੰਗਲ ਦਾ ਦੇਸ਼ ਹੈ, ਪਾਣੀ ਕਿਤੇ ਉੱਥੇ ਆਪਾਂ ਨੂੰ ਭੇਦ ਨਹੀਂ ਵੀ ਕਿੱਥੇ ਹੈ ਜੇ ਨਹੀਂ ਹੈ। ਜੇ ਆਪਾਂ ਜਾ ਕੇ ਖਾਲਸੇ ਤੇ ਚੜ੍ਹਾਈ ਕੀਤੀ ਤੇ ਪਾਣੀ ਤੋਂ ਬਗੈਰ ਧਿਆਏ ਮਰ ਜਾਵਾਂਗੇ। ਸਗੋਂ ਉਲਟਾ ਸਿੰਘ ਸਾਨੂੰ ਡਰਾ ਡਰਾ ਕੇ ਮਾਰਨਗੇ, ਸਹਿਮ ਦੇ ਨਾਲ ਮਾਰਨਗੇ ਸਾਰੇ। ਕਿਉਂਕਿ ਜਿਹੜੇ ਸਿੰਘ ਹੈ ਨਾ ਉਹ ਇੱਥੋਂ ਦੇ ਭੂਮੀਏ ਨੇ, ਉਹ ਪਿੰਡਾਂ ਦੇ ਰਹਿਣ ਵਾਲੇ, ਉਹ ਧਰਤੀ ਦੇ ਮਾਲਕ ਨੇ, ਚੱਪੇ ਚੱਪੇ ਦੇ ਭੇਜਦੀ ਹੈ। ਆਪਾਂ ਪਰਦੇਸੀ ਆ, ਆਪਾਂ ਨੂੰ ਤੇ ਮੋਟਾ ਮੋਟਾ ਰਾਹਾਂ ਦਾ ਪਤਾ ਏ, ਪਰ ਇਹ ਜਿਹੜੇ ਸਿੰਘ ਆ ਇਹਦੇ ਚੱਪੇ ਚੱਪੇ ਦੇ ਭੇਤੀ ਹੈ ਵੀ ਕਿਧਰ ਦੀ ਕਿਹੜਾ ਰਾਹ ਲੰਘਦਾ ਹੈ ਤੇ ਕਿਧਰ ਦੀ ਕੀ ਹੈ। ਇਸ ਕਰਕੇ ਜੇ ਅਸੀਂ ਸਿੰਘਾਂ ਦੇ ਮਗਰ, ਅਬਦਾਲੀ ਦਾ ਵਜ਼ੀਰ ਕਹਿੰਦਾ ਅਹਿਮਦ ਸ਼ਾਹ ਨੂੰ ਲਾਹੌਰ ਬੈਠਿਆਂ ਵੀ ਜੇ ਖਾਲਸੇ ਦਾ ਪਿੱਛਾ ਕੀਤਾ ਤੇ ਅੱਗੋਂ ਜਿਹੜੇ ਸਿੰਘ ਆ ਸਾਨੂੰ ਰਲ ਮਿਲ ਕੇ ਘੇਰਾ ਪਾ ਕੇ ਉੱਥੇ ਮਾਰ ਦੇਣਗੇ। ਜਦੋਂ ਅਬਦਾਲੀ ਆਪਣੇ ਵਜ਼ੀਰਾਂ ਕੋ ਇਦਾਂ ਦੀ ਗੱਲ ਕਮਾਂਡਰਾਂ ਕੋ ਸੁਣਦਾ ਏ ਵੀ ਸਿੱਖਾਂ ਦੇ ਮਗਰ ਜੰਗਲ 'ਚ ਨਹੀਂ ਆਪਾਂ ਜਾ ਸਕਦੇ ਤੇ ਬੜਾ ਕਹਿੰਦੇ ਕੁੜਦਾ ਹੈ, ਬੜਾ ਉਸ ਵੇਲੇ ਕੁੜ ਕਰਦਾ, ਕਹਿੰਦਾ ਵੀ ਇਹ ਮੈਨੂੰ ਇੱਥੇ ਆਉਂਦਿਆਂ ਨੂੰ 20 ਸਾਲ ਤੋਂ ਦੇ ਕਰੀਬ ਕਹਿੰਦਾ ਸਮਾਂ ਹਿੰਦੁਸਤਾਨ ਦੇ ਵਿੱਚ ਆਉਂਦਿਆਂ ਹੋ ਗਿਆ। ਪਹਿਲਾਂ ਇਹ ਸਾਧ ਸੰਗਤ ਨਾਦਰ ਦੇ ਨਾਲ 1739 'ਚ ਵੀ ਆਇਆ ਸੀ, ਉਦੋਂ ਤੋਂ ਲੈ ਕੇ ਤੇ 61 ਦੇ ਵਿੱਚ ਸਮਝ ਲਓ ਵੀ 22 ਸਾਲ ਅਬਦਾਲੀ ਕਹਿੰਦਾ ਮੈਨੂੰ ਇੱਥੇ ਆਉਂਦਿਆਂ ਹੋ ਗਏ। ਹੋਰ ਕੋਈ ਸਾਡੇ ਅੱਗੇ ਨਹੀਂ ਅੜਿਆ, ਪਰ ਇਹ ਕਿਹੜੀ ਮਿੱਟੀ ਦੇ ਬਣੇ ਆ ਵੀ ਇਹ ਸਾਡੇ ਅੱਗੇ ਵੇਰਦੇ ਅੱਖਾਂ ਕੱਢਦੇ ਹਨ। ਇਹ ਬੜਾ ਕੁੜਦਾ ਹੈ, ਝੂਰਦਾ ਏ
ਤੇ ਕਹਿੰਦੇ ਵੀ ਬਹੁਤ ਅੰਦਰ ਈਰਖਾ ਦੀ ਅੱਗ ਦੇ ਨਾਲ ਸੜਦਾ ਏ, ਚਿੰਤਾ ਕਰਦਾ ਹੈ ਵੀ ਹੁਣ ਸਿੰਘਾਂ ਦਾ ਕੀ ਕਰੀਏ। ਤੇ ਜਿੰਨੇ ਵੀ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਮਿਲ ਕੇ ਸੋਚਾਂ ਸੋਚਦਾ ਵਿਅੰਤਾਂ ਬਣਾਉਂਦਾ ਏ। ਰੱਖਣ ਪੂਰਬ ਮੈਂ ਟੁੱਟੀ ਖੁਦ ਸਿੰਘਣ ਦਈ ਗਵਾਏ। ਅਬਦਾਲੀ ਪਛਤਾਉਂਦਾ ਏ ਤੇ ਕਹਿੰਦਾ ਵੇਖੋ ਵੀ ਮੈਂ ਆਇਆ ਚੜ ਕੇ ਕਾਬਲ ਤੋਂ ਤੇ ਦੱਖਣ ਤੀਕਰ ਸਾਰਾ ਹੀ ਇਲਾਕਾ ਲੁੱਟ ਲਿਆ, ਦੱਖਣ ਲੁੱਟੀ, ਪੂਰਬ ਲੁੱਟੇ, ਜਿੰਨੇ ਵੀ ਵੱਡੇ ਵੱਡੇ ਆਪਣੇ ਆਪ ਨੂੰ ਆਕੀ ਖਾਂ ਘਾਉਂਦੇ ਸੀ ਸਾਰਿਆਂ ਦੇ ਮੈਂ ਲੱਕ ਭੰਨਤੇ। ਪਰ ਇਹ ਜਿਹੜੇ ਸਿੰਘ ਆ ਇਹਨਾਂ ਨੇ ਤੇ ਕਹਿੰਦੇ ਮੇਰੀ ਅਕਲ ਹੀ ਗਵਾ ਤੇ ਮੈਨੂੰ ਤੇ ਕਹਿੰਦੇ ਵੀ ਬਿਲਕੁਲ ਇਹਨਾਂ ਨੇ ਪਾਗਲ ਕਰ ਛੱਡਿਆ। ਇੱਧਰੋਂ ਆਉਂਦੇ ਆ ਤੇ ਲੁੱਟ ਕੇ ਇੱਧਰ ਨੂੰ ਚਲੇ ਜਾਂਦੇ ਹਨ। ਜਾਓ ਭਈ ਵਹਿ ਮੂਰਖ ਜੋ ਲਖਣ ਬਾਤ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਮੂਰਖ ਜਿਹੜਾ ਹੈ ਨਾ ਅਹਿਮਦ ਸ਼ਾਹ ਅਬਦਾਲੀ ਇਹ ਗੱਲ ਨੂੰ ਜਾਣਦਾ ਹੀ ਨਹੀਂ, ਇਹਨੂੰ ਸਮਝ ਹੀ ਨਹੀਂ ਪੈਂਦੀ ਇਸ ਗੱਲ ਦੇ। ਪੰਥ ਬਲੀ ਕੋ ਹੋ ਕੇ ਮੁਕਾ। ਵੀ ਇਹ ਪੰਥ ਡਾਢੇ ਦਾ ਹੈ, ਇਹ ਬਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ। ਇਹ ਕਲਗੀਧਰ ਨੇ ਖਾਲਸਾ ਰਚਿਆ। ਇਹ ਰਚਿਆ ਕਿਵੇਂ ਹੈ? ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਜਦੋਂ ਅਕਾਲ ਪੁਰਖ ਦੀ ਆਗਿਆ ਹੋਏ ਤੇ ਪਰਮੇਸ਼ਰ ਦੀ ਆਗਿਆ ਨਾਲ ਡਾਢੇ ਦਾ ਪੰਥ ਹੈ ਰਚਿਆ ਹੋਇਆ। ਤੇ ਫਿਰ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿੰਦੇ ਪਰਮਾਤਮ ਦੀ ਖੁਸ਼ੀ ਉਹਦੇ ਆਨੰਦ ਉਹਦੇ ਖੇੜੇ 'ਚ ਪ੍ਰਗਟ ਹੋਇਆ। ਤੇ ਭਾਈ ਰਤਨ ਸਿੰਘ ਆਪਣੇ ਵੱਲੋਂ ਲਿਖਦੇ ਆ ਵੀ ਅਬਦਾਲੀ ਸਿਰ ਤੇ ਮਾਰਦਾ ਪਰ ਉਹਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿੱਦਾਂ ਖਤਮ ਕਰ ਲੇਗਾ। ਇਹਦੇ ਬਲੀ ਸਤਿਗੁਰੂ ਡਾਢੇ ਦਾ ਪੰਥ ਹੈ। 10 ਪਾਤਸ਼ਾਹੀਆਂ ਹੋ ਗਈਆਂ, ਲੜਦੇ ਸਮਾਂ ਲੰਘਿਆ ਹੈ ਨਾ। ਵਿਚਾਰਾਂ ਦੀ ਲੜਾਈ ਵੀ ਚੱਲਦੀ ਰਹੀ, ਜਦੋਂ ਵਿਚਾਰਾਂ ਨਾਲ ਕੋਈ ਸੂਤ ਨਹੀਂ ਆਇਆ ਤੇ ਫਿਰ ਹਥਿਆਰਾਂ ਦੀ ਲੜਾਈ ਸ਼ੁਰੂ ਹੋ ਗਈ। ਪਹਿਲਾਂ ਵਿਚਾਰ ਦੀ ਲੜਾਈ ਹੁੰਦੀ ਤੇ ਫਿਰ ਹਥਿਆਰ ਦੀ ਲੜਾਈ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਫਿਰ ਸ਼ਸਤਰ ਚੁੱਕ ਲਏ ਮਹਾਰਾਜ ਸਾਹਿਬ ਜੀ ਨੇ। ਇਹ ਅਬਦਾਲੀ ਨੂੰ ਨਹੀਂ ਪਤਾ ਵੀ ਜਿੰਨੀ ਜੜ ਪੁੱਟੂਗਾ ਇਹਨਾਂ ਦੀ ਤੇ ਜੜ ਉਨੀ ਡੂੰਘੀ ਹੋ ਗਈ ਹੈ। ਤੇ ਜੜਾਂ ਮਹਾਰਾਜ ਸਾਹਿਬ ਜੀ ਨੇ 7 ਪਤਾਲਾਂ ਤੋਂ ਵੀ ਡੂੰਘੀਆਂ ਲਾਈਆਂ ਨੇ। ਇਹ ਲੜਦੇ ਵੀ ਹੈ, ਲੜ ਕੇ ਸ਼ਹੀਦੀਆਂ ਵੀ ਪਾਉਂਦੇ ਆ ਪਰ ਸ਼ਹੀਦ ਹੋ ਕੇ ਮੁੱਕਦੇ ਨਹੀਂ, ਇਹ ਤੇ ਵੱਧਦੇ ਹੀ ਜਾਂਦੇ ਆ। ਖਾਲਸਾ ਜਿੰਨਾ ਹੀ ਸ਼ਹੀਦੀਆਂ ਪਾਉਂਦਾ ਹੈ ਉਨੀ ਖਾਲਸੇ ਦੀ ਗਿਣਤੀ ਵੱਧਦੀ ਹੈ। ਇਸ ਕਰਕੇ ਕੋਈ ਇਹਨਾਂ ਨੂੰ ਜੜੋਂ ਨਾਸ਼ ਨਹੀਂ ਕਰ ਸਕਦਾ। ਗੁਰੂ ਕਲਗੀਧਰ ਦਾ ਪੰਥ ਖਤਮ ਨਹੀਂ ਹੋ ਸਕਦਾ। ਕਹਿੰਦੇ ਗੁਲਾਬ ਦਾ ਫੁੱਲ ਹੈ ਨਾ, ਵੇਖਿਆ ਹੀ ਆਮ ਲੋਕਾਂ ਨੇ ਜਿਵੇਂ ਉਹਦੀਆਂ ਟਹਿਣੀਆਂ ਵੱਢ ਦਈਏ ਤੇ ਗੁਲਾਬ ਦਾ ਫੁੱਲ ਹੋਰ ਵੱਧਦਾ ਫੁੱਲਦਾ ਹੈ। ਇਸੇ ਤਰ੍ਹਾਂ ਜਿੰਨਾ ਹੀ ਪੰਥ ਦੁੱਖ ਪਾਉਂਦਾ ਹੈ, ਜਿੰਨਾ ਹੀ ਕੁਝ ਖਾਲਸੇ ਨੂੰ ਦੁਖੀ ਕਰਦਾ ਹੈ, ਉਹਨਾਂ ਹੀ ਗੁਰੂ ਕਾ ਪੰਥ ਵੱਧਦਾ ਜਾਂਦਾ ਹੈ। ਉਦਾਹਰਨ ਕਿਆ ਸੋਹਣੀ ਤੇ ਹਰ ਇੱਕ ਦੇ ਸਮਝ ਆਉਣ ਵਾਲੀ ਦਿੱਤੇ। ਕਹਿੰਦੇ ਜਿਵੇਂ ਗੁਲਾਬ ਦਾ ਫੁੱਲ ਜਿਹੜਾ ਏ ਉਹਨੂੰ ਟਹਿਣੀਆਂ ਤੋਂ ਵੱਢਦੇ ਜਾਈਏ ਤੇ ਗੁਲਾਬ ਦਾ ਫੁੱਲ ਓਨਾ ਹੀ ਹੋਰ ਗੋਲ ਗੁਲਿਆਈ ਤੇ ਹੋਰ ਖੇੜੇ ਵਿੱਚ ਆਉਂਦਾ। ਇਸੇ ਢੰਗ ਦੇ ਨਾਲ ਜਿੰਨਾ ਕੋਈ ਪੰਥ ਨੂੰ ਦੁਖੀ ਕਰੇ, ਜਿੰਨੀਆਂ ਕੋਈ ਤਕਲੀਫਾਂ ਦੇਵੇ, ਇਹ ਬਹੁਤੀਆਂ ਤਕਲੀਫਾਂ ਦੇ ਵਿੱਚ ਵੱਧਦਾ ਫੁੱਲਦਾ ਹੀ ਹੈ, ਕਦੀ ਘਟਦਾ ਨਹੀਂ ਹੈ। ਦੁੱਖ ਤੇ ਮਾਨੋ ਵੀ ਖਾਲਸੇ ਦੀ ਖੁਰਾਕ ਹੈ। ਇਸ ਤਰ੍ਹਾਂ ਲਾਹੌਰ ਦੇ ਵਿੱਚ ਬੈਠਾ ਹੋਇਆ ਅਬਦਾਲੀ ਪੰਥ ਨੂੰ ਖਤਮ ਕਰਨ ਦੀ ਵਿਚਾਰ ਬਣਾ ਰਿਹਾ ਤੇ ਉਧਰ ਗੁਰੂ ਕਾ ਖਾਲਸਾ ਜਿਹੜਾ ਉਹ ਮੌਕਾ ਵੇਖ ਕੇ ਮਾਲਵੇ ਦੇ ਵਿੱਚ ਬੜੇ ਹਨ। ਉੱਥੇ ਸਮਾਂ ਲੰਘਾ ਰਹੇ ਨੇ ਤੇ ਪੱਲਿਓਂ ਰਸਤਾ ਖਰੀਦ ਕੇ ਆਪਣਾ ਸਮਾਂ ਲੰਘਾ ਰਹੇ। ਫਿਰ ਅਖੀਰੇ ਸਲਾਹ ਕੀਤੀ ਵੀ ਆਪਾਂ ਇੱਥੇ ਬੈਠਿਆ ਕਿਵੇਂ ਗੁਜ਼ਾਰਾ ਹੋਊਗਾ। ਘੋੜਿਆਂ ਦਾ ਦਾਣਾ ਪੱਠਾ, ਸ਼ਸਤਰ ਬਸਤਰ, ਕਾਠੀਆਂ, ਫਿਰ ਬਸਤਰ ਜਿਹੜੇ ਹੋਰ ਲੰਗਰ ਦੀ ਰਸਤ ਇਹ ਕਿੱਥੋਂ ਲਿਆਵਾਂਗੇ। ਬੈਠਿਆ ਹੱਥ ਤੇ ਹੱਥ ਧਰ ਕੇ ਮਾਲਵੇ 'ਚ ਨਹੀਂ ਆਪਣਾ ਕੰਮ ਚੱਲਣਾ। ਖਾਲਸੇ ਨੇ ਮਾਲਵੇ ਵਿੱਚ ਦੀਵਾਨ ਲਾਇਆ ਵੀ ਕਹਿੰਦੇ ਕੋਈ ਨਾ ਕੋਈ ਸ਼ਹਿਰ ਲੁੱਟੀਏ, ਸਰਕਾਰ ਦਾ ਖਜ਼ਾਨਾ ਲੁੱਟ ਕੇ ਲੈ ਕੇ ਆਈਏ। ਤੇ ਸਿੱਖ ਐਡੇ ਉਦਮੀ ਹੁੰਦੇ ਸੀ, ਸਾਰੇ ਹੀ ਹਾਮੀ ਭਰ ਦਿੰਦੇ ਕਿ ਉਸਲੇ ਜਕਾਰਾ ਛੱਡ ਦਿੰਦੇ, ਕਹਿੰਦੇ ਚਲੋ ਖਾਲਸਾ ਜੀ ਕੋਈ ਤੁਰਕਾਂ ਦਾ ਨਗਰ ਸੋਧ ਕੇ ਆਈਏ। ਤੇ ਜਿਹੜੇ ਖਾਨ ਜਿਹੜਾ ਇਹ ਖਾਨ ਹੈ ਨਾ ਪਠਾਨ ਅਹਿਮਦ ਸ਼ਾਹ ਅਬਦਾਲੀ, ਕਹਿੰਦੇ ਵੀ ਹੋਰ ਕਿਹਦਾ ਡੇਰਾ ਲੁੱਟਣਾ ਹੈ, ਅਬਦਾਲੀ ਦਾ ਹੀ ਡੇਰਾ ਲੁੱਟ ਕੇ ਲਿਆਈਏ ਆਪਾਂ। ਸਰਹੰਦ ਦੇ ਵਿੱਚ ਖਾਲਸਾ ਮਾਲਵੇ ਦੇ ਵਿੱਚੋਂ ਹੁੰਦਾ ਹੋਇਆ ਸਰਹੰਦ ਪਹੁੰਚ ਗਿਆ
ਕਿਉਂਕਿ ਸਰਹੰਦ ਦੇ ਵਿੱਚ ਜੈਨ ਖਾਨ ਅਬਦਾਲੀ ਦਾ ਹੀ ਸੂਬਾ ਬੈਠਾ ਸੀ। ਇੱਥੇ ਜਾ ਕੇ ਸਿੰਘਾਂ ਨੇ ਰੌਲਾ ਮਚਾਤਾ। ਜੈਨਾ ਘੇਰ ਵਿੱਚ ਸ਼ਹਿਰ ਬੜਾਇਓ। ਜਿਹੜਾ ਜੈਨ ਖਾਨ ਸੀ ਇਹਨੇ ਜਦੋਂ ਵੇਖਿਆ ਵੀ ਬਾਹਰ ਸਿੰਘ ਆਏ ਆ, ਇਹ ਜਾ ਕੇ ਕਿਲੇ ਦੇ ਵਿੱਚ ਵੜ ਗਿਆ। ਤੇਰਾ ਮੋੜ ਮਲੇਰ ਤੇ ਬੁਲਾਇਓ। ਇੱਥੋਂ ਸਿੰਘਾਂ ਨੇ ਸਰਹੰਦ ਦੇ ਵਿੱਚੋਂ ਜੋ ਕੋਈ ਥੋੜਾ ਬਹੁਤ ਦਾ ਲੱਗਾ ਤੇ ਲੈ ਕੇ ਆਏ ਤੇ ਮਲੇਰ ਕੋਟਲੇ ਦੇ ਨੇੜੇ ਰਾਏਪੁਰ ਦੇ ਵਿੱਚ ਡੇਰਾ ਲਾਇਆ ਖਾਲਸੇ ਨੇ। ਕੋਈ ਕਹਿ ਲਿਓ ਮਲੇਰ ਸੁਮਾਰ। ਜਦੋਂ ਇੱਥੇ ਆਏ ਤੇ ਕਈ ਸਿੰਘ ਕਹਿੰਦੇ ਵੀ ਆ ਜਿਹੜਾ ਮਲੇਰ ਕੋਟਲਾ ਹੈ ਨਾ, ਆਪਾਂ ਹੁਣ ਇਹਨੂੰ ਵੀ ਲੁੱਟ ਲਈਏ। ਨਿਤ ਨਿਤ ਕੀ ਹੋਏ ਅਲਖ ਬਿਡਾਰ। ਕਹਿੰਦੇ ਵੀ ਇਹਨਾਂ ਦਾ ਨਿਤ ਦਾ ਟੈਂਟਾ ਕੱਢ ਹੀ ਦਈਏ, ਕੰਮ ਮੁਕਾ ਦਈਏ ਵੀ ਮਲੇਰ ਕੋਟਲੀਏ ਜਿਹੜੇ ਪਠਾਨ ਹੈ ਵੀ ਇਹ ਵੀ ਬੜਾ ਇਹ ਸਾਡੇ ਦੇ ਵਧੀਕੀਆਂ ਕਰਦੇ, ਘੱਟ ਨਹੀਂ ਕਰਦੇ, ਬੜੀ ਤੰਗੀ ਦਿੰਦੇ ਹਨ। ਉਹ ਕਹੇ ਜੇ ਮਰੇ ਅਬਾਹੀ। ਕਈ ਸਿੰਘ ਕਹਿੰਦੇ ਵੀ ਬਸ ਚੜਨ ਦੀ ਦੇਰ ਹੈ, ਮਲੇਰ ਕੋਟਲਾ ਦੇ ਆਪਾਂ ਹੁਣੇ ਜਿੱਤ ਲਾਂਗੇ। ਉਹ ਕਹੇ ਜੇ ਮਰਤੀ ਅਬ ਨਾਹੀ। ਕਈ ਸਿੰਘ ਕਹਿੰਦੇ ਖਾਲਸਾ ਜੀ ਮਲੇਰ ਕੋਟਲਾ ਨਹੀਂ ਆਪਣੇ ਕੋ ਮਾਰਿਆ ਜਾਣਾ, ਜਿੱਤਿਆ ਜਾਣਾ, ਉਹਦਾ ਕੀ ਕਾਰਨ ਉਹ ਦੱਸਦੇ ਨੇ। ਹੋਰ ਪਤ ਨਹੀਂ ਪਈ ਰਚਿਆ ਜਾਹੀ। ਕਹਿੰਦੇ ਜਦੋਂ ਗੁਰੂ ਕਲਗੀਧਰ ਮਹਾਰਾਜ ਦਾ ਬਚਨ ਹੋਇਆ ਵੀ ਸਗਲ ਮਲੇਸ਼ਨ ਕੀ ਜੜ ਗਏ, ਇੱਕ ਮਲੇਰੀਅਨ ਕੀ ਬਚ ਰਹੇ। ਇੱਕ ਹਾ ਦਾ ਨਾਰਾ ਮਾਰਨ ਬਦਲੇ ਮਹਾਰਾਜ ਕਹਿੰਦੇ ਮਲੇਰ ਕੋਟਲੇ ਵਾਲਿਆਂ ਦੀਆਂ ਜੜ੍ਹਾਂ ਰਹਿ ਜਾਣਗੀਆਂ, ਬਾਕੀ ਸਾਰੇ ਤੁਰਕਾਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਇਸ ਕਰਕੇ ਗੁਰੂ ਸਾਹਿਬ ਜੀ ਦੇ ਬਚਨ ਦੀ ਰੱਖਿਆ ਹੈ ਵੀ ਮਲੇਰ ਕੋਟਲਾ ਨਹੀਂ ਖਰਾਬ ਹੋਵੇਗਾ, ਲੁੱਟਿਆ ਨਹੀਂ ਜਾਏਗਾ। ਉਹ ਬਾਤ ਤੋਂ ਹਾਂ ਬਨੇ ਆਏ। ਏਦਾਂ ਸਿੰਘ ਵਿਚਾਰਾ ਕਰ ਰਹੇ ਸੀ ਤੇ ਕਹਿੰਦੇ ਜਿਹੜਾ ਮਹਾਰਾਜ ਦਾ ਬਚਨ ਹੋਇਆ ਨਾ ਵੀ ਮਲੇਰ ਕੋਟਲਾ ਜਿਹੜਾ ਇਹਨਾਂ ਦੀ ਜੜ ਰਹਿ ਜਾਏਗੀ, ਉਹੀ ਗੱਲ ਇੱਥੇ ਬਾਣਾ ਹੀ ਬੈਠੇ ਆ। ਹੋਰ ਜਬੈ ਪਠਾਨਣ ਇਮ ਸੁਨੇ ਜੋ ਸਿੰਘਨ ਕੀ ਰਸਲਾਏ। ਜਦੋਂ ਮਲੇਰ ਕੋਟਲੇ ਦੇ ਪਠਾਣਾਂ ਨੂੰ ਇਹ ਖਬਰ ਗਈ ਵੀ ਜਿਹੜੇ ਸਿੰਘ ਹੈ ਨਾ ਉਹ ਤੇ ਮਲੇਰ ਕੋਟਲਾ ਲੁੱਟਣ ਨੂੰ ਫਿਰਦੇ, ਇਹਨਾਂ ਕੀ ਕੀਤਾ ਵੀ ਉਸੇ ਵੇਲੇ ਆਪਣੇ ਬੰਦੇ ਭੇਜੇ ਤੇ ਸਲਾਹ ਕੀਤੀ। ਆਏ ਜੈਨੇ ਸਰਹੰਦ ਤੇ ਰਾਤੋਂ ਰਾਤ ਦੌੜਾਏ। ਰਾਤੋਂ ਰਾਤ ਸੁਨੇਹਾ ਭੇਜ ਕੇ ਜਿਹੜਾ ਸਰਹੰਦ ਦਾ ਸੂਬਾ ਸੀ ਜੈਨ ਖਾਨ, ਉਹਨੂੰ ਚੜਾ ਕੇ ਆਪਣੀ ਮਦਦ ਵਾਸਤੇ ਲੈ ਆਏ ਵੀ ਸਿੰਘ ਜਿਹੜੇ ਆ ਉਹ ਸਾਡੇ ਨੇੜੇ ਘੇਰੇ 'ਚ ਪਏ ਹਨ, ਆਏ ਹਨ, ਫਸ ਗਏ ਨੇ, ਫੜ ਕੇ ਮਾਰ ਦਈਏ। ਜਾਓ ਪਈ ਔਰ ਕਹਿ ਪੈ ਗਏ ਹਲਕਾਰੇ। ਤੇ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਸਰਹੰਦ ਖਬਰ ਪਹੁੰਚੀ ਜੈਨ ਖਾਨ ਸੂਬੇ ਕੋਲ, ਤੇ ਜੈਨ ਖਾਨ ਨੇ ਇਥੋਂ ਆਪਣੇ ਬੰਦੇ ਭਜਾਏ, ਘੋੜੇ ਦੇ ਕੇ ਘੋੜੇ ਦੜਾਏ ਵੀ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਦਿਓ। ਸਿੰਘ ਆਏ ਹੈ ਦਾਈ ਹਮਾਰੇ। ਮਲੇਰ ਕੋਟਲੇ ਦੇ ਪਠਾਣਾ ਨੇ ਸਰਹੰਦ ਪਹੁੰਚ ਕੀਤੀ ਤੇ ਸਰਹੰਦ ਵਾਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਲਿਖੀ ਵੀ ਅਹਿਮਦ ਸ਼ਾਹ ਜੀ ਜਿਹੜੇ ਸਿੰਘ ਜੰਗਲਾਂ 'ਚ ਮਾਲਵੇ 'ਚ ਰਹਿੰਦੇ ਸੀ ਤੇ ਦਾ ਨਹੀਂ ਸੀ ਨਾ ਹੁੰਦੇ ਆਪਣੇ, ਅੱਜ ਇਹ ਜੰਗਲਾਂ 'ਚੋਂ ਬਾਹਰ ਆਏ ਆ ਤੇ ਸਾਡੇ ਦਾ ਹੇਠਾਂ ਆ ਚੁੱਕੇ ਨੇ। ਹਮ ਇਤ ਵੱਲ ਤੇ ਰਾਖਾਂ ਘੇਰ। ਤੇ ਤੁਸੀਂ ਏਦਾਂ ਕਰੋ ਵੀ ਇਧਰੋਂ ਤਿਆਰੀ ਕਰਕੇ ਆ ਜਾਓ ਤੇ ਸਿੰਘਾਂ ਨੂੰ ਅਸੀਂ ਘੇਰ ਕੇ ਉਲਝਾ ਕੇ ਇੱਥੇ ਕੁਝ ਸਮਾਂ ਰੱਖਦੇ ਆ, ਤੇ ਜਦੋਂ ਤੁਸੀਂ ਆ ਜਾਓਗੇ ਤੇ ਆਓ ਘੇਰ ਕੇ ਜਿੰਨੇ ਕੁ ਸਿੰਘ ਹੈਗੇ ਆ ਸਾਰੇ ਖਤਮ ਕਰ ਦਈਏ। ਉਹ ਮਿਨ ਮਾਰੋ ਹੋਤ ਸਵੇਰ। ਆ ਕਹਿੰਦੇ ਦਿਨ ਚੜ੍ਹਦੇ ਆ ਬਿਨਾਂ ਦੇਰੀ ਤੋਂ ਇੱਥੇ ਆ ਕੇ ਤੇ ਸਾਰੇ ਸਿੰਘਾਂ ਨੂੰ ਖਤਮ ਕਰ ਦਿਓ। ਆਪ ਤੁਮ ਮਿਲ ਇਨ ਜਾਨ ਨ ਦੇਹੇ। ਏਦਾਂ ਮਲੇਰ ਕੋਟਲੇ ਦੇ ਪਠਾਣਾ ਨੇ ਸਰਹੰਦ ਦੇ ਸੂਬੇ ਜੈਨ ਖਾਨ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਅਬਦਾਲੀ ਨੂੰ ਵੀ ਤੁਸੀਂ ਅਤੇ ਅਸੀਂ ਮਿਲ ਗਿਲ ਕੇ ਤੇ ਇਹਨਾਂ ਸਿੰਘਾਂ ਨੂੰ ਇੱਥੇ ਮਾਰ ਦਈਏ, ਕਿਤੇ ਜਾਣ ਨਹੀਂ ਦਵਾਂਗੇ। ਇਹ ਕਾਗਜ਼ ਹਮ ਬਰਸਿਆ ਦੇ। ਕਿਉਂਕਿ ਖਾਲਸੇ ਦੀ ਹੁਣ ਉਹ ਹਾਲਤ ਬਣ ਗਈ ਹੈ ਵੀ ਇਹ ਸਿੱਖ ਕਾਗਜ਼ ਦੀ ਨਿਆਈ ਹੈ ਤੇ ਅਸੀਂ ਕਹਿੰਦੇ ਵੀ ਮੋਲੇ ਧਾਰ ਬਾਰਿਸ਼ ਦੀ ਵੀ ਨਿਆਈ ਵਰਸਾਂਗੇ। ਜਿਵੇਂ ਕਾਗਜ਼ ਦੇ ਉੱਤੇ ਮੀਂਹ ਪਵੇ ਤੇ ਗਲ ਜਾਂਦਾ ਹੈ ਨਾ, ਇਹ ਆਪਸ ਵਿੱਚ ਪਠਾਨ ਸਲਾਹ ਕਰਦੇ ਵੀ ਸਿੱਖ ਜਿਹੜੇ ਦਾ ਆ ਇਹਦੇ ਇੱਕ ਕਾਗਜ਼ ਹਨ ਤੇ ਅਸੀਂ ਇਹਨਾਂ ਦੇ ਉੱਤੇ ਕਹਿੰਦੇ ਵੀ ਮੋਲੇ ਧਾਰ ਬਾਰਿਸ਼ ਦੀ ਨਿਆਈ ਵਰਖਾ ਕਰਾਂਗੇ, ਭਾਵੇਂ ਇਹਨਾਂ ਨੂੰ ਗਾਲ ਕੇ ਰੱਖ ਦਿਆਂਗੇ। ਜੋਸਨ ਸ਼ਾਹੀ ਲਾਹੌਰੋਂ ਚੜੇ। ਜਦੋਂ ਇਹ ਗੱਲ ਅਹਿਮਦ ਸ਼ਾਹ ਨੇ ਸੁਣੀ ਤੇ ਉਸ ਵੇਲੇ ਲਾਹੌਰੋਂ ਚੜ ਪਿਆ, ਕਿਉਂਕਿ ਉਹਦੇ ਜੰਗਲ ਦੇਸ਼ ਮਾਲਵੇ 'ਚ ਵੀ ਜਾਣ ਨੂੰ ਤਿਆਰ ਸੀ ਪਰ ਉਹਦੇ ਵਜ਼ੀਰ ਨਹੀਂ ਸੀ ਜਾਣ ਦਿੰਦੇ। ਹੁਣ ਵੇਖਿਆ ਵੀ ਸਿੰਘ ਮਾਲਵੇ ਦੇ ਹੈ ਤਾਂ ਉਸ ਇਲਾਕੇ 'ਚ ਹੀ, ਪਰ ਜੰਗਲ ਦਾ ਜਿਹੜਾ ਧੁਰ ਏਰੀਆ ਹੈ ਨਾ ਬਠਿੰਡੇ ਦਾ, ਦਮਦਮਾ, ਬਰਨਾਲੇ ਦਾ, ਇਹ ਤੋਂ ਥੋੜਾ ਬਾਹਰ ਆਏ ਆ, ਪੱਧਰੇ ਦੇ ਇਲਾਕੇ ਜਾਏ। ਅਹਿਮਦ ਸ਼ਾਹ ਅਬਦਾਲੀ ਨੇ ਉਸੇ ਵੇਲੇ ਤਿਆਰੀ ਕਰ ਲਏ। ਤੇਰਾ ਆਣ ਜੰਡਿਆ
ਜੰਡਿਆਲੇ ਕਰੇ ਉਹ ਕਿੱਥੇ ਲਾਹੌਰ ਤੋਂ ਤੁਰਿਆ ਤੇ ਸਿੱਧਾ ਜੰਡਿਆਲੇ ਆ ਕੇ ਨੇ ਡੇਰਾ ਕੀਤਾ, ਪਹਿਲਾ ਪੜਾ ਕੀਤਾ। ਜੋ ਕਰਾਂ ਤਲਵਣ ਕਹਿ ਪਾਏ ਫਿਰ ਜੰਡਿਆਲੇ ਤੋਂ ਚੜਿਆ ਤੇ ਜੰਡਿਆਲੇ ਤੋਂ ਜਾਂਦਾ ਹੋਇਆ ਜਿਹੜਾ ਦੂਸਰਾ ਡੇਰਾ ਸੀ ਉਹ ਜਾ ਕੇ ਨੇ ਤਲਵਣ ਦੇ ਪਾਸ ਕੀਤਾ। ਤਲਵਣ ਪਿੰਡ ਦਾ ਨਾਮ ਹੈ। ਸੰਗਨ ਕੋ ਕਛ ਖਬਰ ਨ ਆਏ ਉਧਰ ਗੁਰੂ ਕਾ ਖਾਲਸਾ ਰਾਏਪੁਰ, ਇਧਰ ਮਲੇਰਕੋਟਲੇ, ਜਗਰਾਵਾਂ, ਲੁਧਿਆਣੇ ਦੇ ਨੇੜੇ ਤੇੜੇ ਉਹ ਆਪਣੇ ਆਨੰਦ ਵਿੱਚ ਬੈਠੇ ਐ। ਉਹਨਾਂ ਨੂੰ ਕੋਈ ਖਬਰ ਹੀ ਨਹੀਂ ਹੈ ਵੀ ਅਬਦਾਲੀ ਸਾਡੇ ਉੱਤੇ ਚੜ੍ਹਾਈ ਕਰਕੇ ਆ ਰਿਹਾ ਏ। 2.5-3 ਲੱਖ ਉਹਦੇ ਨਾਲ ਫੌਜਾਂ ਏ ਤੇ ਉਹ ਸਾਨੂੰ ਘੇਰਾ ਪਾਉਣਾ ਚਾਹੁੰਦਾ ਏ। ਸੰਗਨ ਡੇਰਾ ਗੁਜ ਕਰਾਇਆ ਆ ਸਿੰਘ ਜਿਹੜੇ ਸੀ ਉਹ ਸਰਹੰਦ ਤੋਂ ਆ ਕੇ ਤੇ ਇਧਰ ਦੁਆਬੇ ਵੱਲ ਨੂੰ ਚੱਲੇ ਸੀ। ਉਂਝ ਜਿਹੜਾ ਮਾਲਵੇ 'ਚ ਰਹਿੰਦੇ ਸੀ ਜ਼ਿਆਦਾਤਰ, ਪਰ ਸਿੰਘਾਂ ਨੇ ਇਧਰ ਸਤਲੁਜ ਵਾਲੇ ਪਾਸੇ ਨੂੰ ਲੁਧਿਆਣੇ ਦੇ ਨੇੜੇ ਹੋ ਕੇ ਤੇ ਦੁਆਬੇ ਦੇ ਵਿੱਚ ਜਾਣਾ ਸੀ। ਇਹਨਾਂ ਨੇ ਸਹਿਜ ਸੁਭਾਅ ਅੰਮ੍ਰਿਤ ਵੇਲੇ ਨਗਾਰਾ ਵਜਾ ਕੇ ਆਪਣਾ ਡੇਰਾ ਤੋੜ ਲਿਆ। ਰਾਏਪੁਰੋਂ ਗੁੱਜਰ ਵਾੜ ਤਕਾਇਆ ਆ ਰਾਏਪੁਰ ਪਿੰਡ ਹੈ। ਰਾਏਪੁਰ ਤੋਂ ਤੁਰੇ ਤੇ ਰਾਏਪੁਰ ਤੋਂ ਤੁਰਦਿਆਂ ਹੋਇਆ ਕਹਿੰਦੇ ਵੀ ਗੁੱਜਰਵਾਲ ਆ ਗਏ। ਹੋਰ ਸ਼ਾਹ ਹਲਕਾਰੇ ਘਲ ਸਦੇ ਜੈਨਾ ਔਰ ਪਠਾਨ ਜਦੋਂ ਰਾਏਪੁਰ ਤੋਂ ਗੁੱਜਰਵਾਲ ਦੇ ਰਾਹ ਦੇ ਸਿੰਘ ਤੁਰੇ ਨੇ ਤੇ ਉਧਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਨਾ, ਇਹਨੇ ਆਪਣੇ ਹਲਕਾਰੇ ਜਿਹੜੇ ਆ ਸ਼ਾਹ ਹਲਕਾਰੇ ਘਲ ਸਦੇ ਜੈਨਾ ਔਰ ਪਠਾਨ ਆਪਣੇ ਬੰਦੇ ਭੇਜ ਕੇ ਮਲੇਰਕੋਟਲੇ ਦੇ ਪਠਾਣਾ ਦੇ ਸਰਦਾਰ ਤੇ ਜਿਹੜਾ ਸਰਹੰਦ ਦਾ ਸੂਬਾ ਸੀ ਜੈਨ ਖਾਂ, ਇਹਨਾਂ ਨੂੰ ਆਪਣੇ ਕੋਲ ਸੱਦਿਆ ਸਲਾਹ ਕਰਨ ਦੇ ਲਈ, ਮੀਟਿੰਗ ਕਰਨ ਦੇ ਲਈ ਵੀ ਚੜ੍ਹਾਈ ਕਿਵੇਂ ਕਰਨੀ ਹੈ। ਮੇਰੇ ਹਮ ਤੁਮ ਰਲ ਪਵੈ ਮਾਰੈ ਸਿੰਘਨ ਪਛਾਣ ਅਬਦਾਲੀ ਕਹਿੰਦਾ ਵੀ ਅੱਜ ਦੀ ਰਾਤ ਹੈ, ਜਦੋਂ ਸਵੇਰ ਹੋਈ ਤੇ ਮੂੰਹ ਮਨੇਰੇ ਜਾ ਕੇ ਆਪਾਂ ਸਿੰਘਾਂ ਤੇ 4 ਸਵੇਰੇ ਹਮਲਾ ਕਰ ਦੇਣਾ ਏ ਤੇ ਲੱਭ ਕੇ ਪਛਾਣ ਕੇ ਸਿੰਘ ਮਾਰਨੇ, ਇੱਕ ਵੀ ਜਿਉਂਦਾ ਨਹੀਂ ਛੱਡਣਾ। ਅੱਜ ਜਾਓ ਪਈ ਸੋ ਬਾਤ ਤਿਨ ਪ੍ਰਤ ਕਰੀ ਉਹੀ ਗੱਲ ਇਹਨੇ ਕੀਤੀ। ਸਵੇਰ ਹੁੰਦਿਆਂ ਲੜਾਈ ਸ਼ੁਰੂ ਹੋ ਗਈ। ਅਹਿਮਦ ਸ਼ਾਹ ਅਬਦਾਲੀ ਨੇ ਵਿਉਂ ਤੇ ਬਣਾਈ ਸੀ ਵੀ ਇਧਰ ਮਾਲਵੇ ਦੇ ਵਿੱਚ ਕਿਉਂਕਿ ਫੌਜ ਨੂੰ ਪਾਣੀ ਦੀ ਤੰਗੀ ਹੈ, ਕਹਿੰਦੇ 2 ਘੰਟੇ ਲਾਵਾਂਗੇ, 2 ਘੰਟਿਆਂ ਦੇ ਵਿੱਚ ਸਾਰੇ ਸਿੱਖ ਮਾਰ ਕੇ ਫਿਰ ਇੱਥੋਂ ਵਾਪਸ ਕਹਿੰਦਾ ਵੀ ਮੈਂ ਲਾਹੌਰ ਵੱਲ ਨੂੰ ਜੇਤੂ ਮਾਰਚ ਲੈ ਕੇ ਜਾਵਾਂਗਾ ਵੀ 2 ਘੰਟਿਆਂ ਸਿੱਖ ਖਤਮ ਕਰਨੇ ਆ। ਇਸ ਢੰਗ ਦੇ ਨਾਲ ਵਿਚਾਰ ਕਰਕੇ ਤੇ ਮੂੰਹ ਮਨੇਰੇ ਸਵੇਰੇ ਚੜ੍ਹਦੇ ਆ ਜਿੱਥੇ ਸਿੰਘਾਂ ਦਾ ਡੇਰਾ ਉਤਰਿਆ ਉਧਰ ਨੂੰ ਅਬਦਾਲੀ ਦੀ ਫੌਜ ਨੇ ਨਗਾਰੇ ਵਜਾ ਕੇ ਚੜ੍ਹਾਈ ਕਰਤੇ। ਭਾਈ ਖਾਲਸੇ ਖੋਟੀ ਕਰੀ ਆ ਸਮਝ ਲਓ ਵੀ ਖਾਲਸੇ ਦੇ ਵਾਸਤੇ ਇੱਕ ਵਾਰ ਫੇਰ ਉਹ ਪਰਖ ਦਾ ਇਮਤਿਹਾਨ ਦਾ ਸਮਾਂ ਆ ਗਿਆ। ਉਹ ਸਮਾਂ ਆ ਗਿਆ ਵੀ ਇਹਨਾਂ ਤੰਗੀ ਦੇਣੀ ਹੈ ਤੇ ਖਾਲਸੇ ਨੇ ਫੇਰ ਵਧਣਾ ਫੁੱਲਣਾ ਹੈ। ਸਿੰਘ ਤੁਰੇ ਵਲ ਸੋਈ ਦਰਿਆਏ ਜਿਹੜੇ ਸਿੰਘ ਸੀ ਨਾ ਉਹ ਸਹਿਜ ਸੁਭਾਅ ਸਤਲੁਜ ਦਰਿਆ ਵਾਲੇ ਪਾਸੇ ਨੂੰ ਜਾ ਰਹੇ ਸਨ। ਅੱਗੇ ਆਇਓ ਅਹਿਮਦ ਸ਼ਾਹੇ ਅੱਗੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਇੱਕਦਮ ਆ ਗਈਆਂ। ਲਾਲ ਲਾਲ ਉਸ ਦਿਸੈ ਬਾਣਾ ਅਬਦਾਲੀ ਦੀ ਫੌਜ ਦਾ ਲਾਲ ਰੰਗ ਦਾ ਬਾਣਾ ਸੀ, ਲਾਲ ਰੰਗ ਦੀ ਵਰਦੀ ਪਾਉਂਦੇ ਸਨ। ਮੁਗਲਾਂ ਦੀ ਹਰੇ ਰੰਗ ਦੀ ਸੀ ਤੇ ਉਹ ਲਾਲ ਰੰਗ ਦੀ ਆਪਣੀ ਫੌਜ ਨੂੰ ਵਰਦੀ ਪਾਉਂਦਾ ਸੀ ਵੀ ਫੌਜ ਰਲੇ ਨਾ। ਜਦੋਂ ਉਹ ਆਏ ਤੇ ਉਸ ਇਲਾਕੇ ਦੇ ਵਿੱਚ ਜਿੱਥੇ ਸਿੰਘ ਨੇ ਉੱਥੇ ਸਾਧ ਸੰਗਤ ਕੇਸੂ ਦੇ ਫੁੱਲ ਬੜੇ ਹੁੰਦੇ ਆ ਤੇ ਜਦੋਂ ਲਾਲ ਰੰਗ ਦੇ ਬਾਣੇ ਵੇਖੇ ਸਿੰਘਾਂ ਨੇ ਤੇ ਹਜੇ ਹਨੇਰੇ ਦਾ ਸਮਾਂ ਹੈ। ਸੰਗਨ ਕੇਸੂ ਭੁੱਲੇ ਜਾਣਾ ਬਸ ਬਹੁਤੇ ਸਿੰਘਾਂ ਨੂੰ ਇਦਾਂ ਲੱਗਾ ਵੀ ਇਹ ਕੇਸੂ ਰੰਗ ਦੇ ਜਿਹੜੇ ਫੁੱਲ ਹੈ ਤੋਤੇ ਦੀ ਚੁੰਝ ਵਰਗਾ ਲਾਲ ਸੂਹਾ ਰੰਗ ਹੁੰਦਾ ਏ ਤੇ ਕਹਿੰਦੇ ਵੀ ਇਹ ਪਲਾਸ ਦੇ ਢਾਕ ਦੇ ਫੁੱਲ ਹਨ ਵੀ ਹੋਰ ਤਾਂ ਕੁਝ ਹੋ ਨਹੀਂ ਸਕਦਾ। ਇਹੋ ਦੋਥੋ ਸਿੰਘ ਸਿਆਲੇ ਜਿਹੜੇ ਸਿੰਘ ਜਾਣੂ ਸਨ ਜਿਨ੍ਹਾਂ ਨੂੰ ਪਤਾ ਸੀ ਚੰਗੀ ਤਰ੍ਹਾਂ ਵੀ ਇਸ ਰੰਗ ਦੇ ਹੀ ਕੱਪੜੇ ਦੇ ਅਬਦਾਲੀ ਦੀ ਫੌਜ ਪਾਉਂਦੀ ਹੈ। ਮਿਲਜੇ ਆਵਤ ਉਹਨੇ ਪਛਾਣੇ ਉਹਨਾਂ ਨੇ ਪਛਾਣ ਲਿਆ, ਕਹਿੰਦੇ ਖਾਲਸਾ ਜੀ ਇਹ ਫੁੱਲ ਫਲ ਨਹੀਂ ਜੇ ਹਨੇਰੇ ਦੇ ਵਿੱਚ ਜਿਹੜੇ ਵੇਖ ਰਹੇ ਹੋ, ਇਹਦੇ ਗਿਰਜੇ ਪਠਾਨ ਆ ਰਹੇ ਹਨ, ਲਾਲ ਰੰਗ ਦੀ ਇਹਨਾਂ ਦੀ ਵਰਦੀ ਹੈ। ਅਟਕ ਸਿੰਘ ਤੇ ਗਏ ਖਲੋਏ ਜਦੋਂ ਇਹ ਗੱਲ ਸੁਣੀ ਤੇ ਇੱਕਦਮ ਜਿਹੜੇ ਸਿੰਘ ਤਰਬ ਕੇ ਕਹਿੰਦੇ ਅਬਦਾਲੀ ਕਿੱਥੋਂ ਆ ਗਿਆ ਤੇ ਉੱਥੇ ਖਲੋ ਕੇ ਜਿਹੜੇ ਅੱਗੇ ਨੂੰ ਵਧਦੇ ਜਾ ਰਹੇ ਸਨ। ਲੋ ਆਇਓ ਚਾਨਣ ਹੋਏ ਇਹਨੇ ਚਿਰ ਨੂੰ ਚਾਨਣ ਹੋ ਗਿਆ, ਪੌ ਫਟਾਲੇ ਦਾ ਸਮਾਂ ਸੀ ਤੇ ਸੂਰਜ ਦਾ ਪ੍ਰਕਾਸ਼ ਧਰਤੀ ਤੇ ਆ ਗਿਆ। ਆਏ ਗਿਲਜਨ ਨੇ ਘੋੜੇ ਰਲਾਏ ਉਸ ਹਨੇਰੇ ਦੇ ਵਿੱਚ ਕਿਉਂਕਿ ਸਿੰਘਾਂ ਨੂੰ ਪਤਾ ਨਹੀਂ ਸੀ ਤੇ ਇੱਕਦਮ ਹੀ ਆ ਕੇ ਗਿਰਜਿਆਂ ਨੇ ਖਾਲਸੇ ਦੇ ਦਲ ਦੇ ਵਿੱਚ ਘੋੜੇ ਰਲਾ ਲਏ। ਜਿਹੜੀ ਹਰਿਆਵਲ ਫੌਜ ਦਸਤਾ ਹੁੰਦਾ ਹੈ ਨਾ,
ਜਿਹੜੇ ਅੱਗੇ ਜਾ ਕੇ ਅਰਥਾਂ ਦੇ ਲੜਨ ਵਾਲੇ ਹੁੰਦੇ, ਕੋਈ 94 ਜਰਨੈਲ ਫੌਜ ਦੇ ਸਿਪਾਹੀ ਉਹ ਆ ਕੇ ਸਿੰਘਾਂ ਦੇ ਦਲ ਦੇ ਵਿੱਚ ਵੜ ਗਏ। ਸਿੰਘਨ ਨਹਿ ਤੇ ਤੋੜੇ ਲਾਏ। ਆ ਗੁਰੂ ਕਾ ਖਾਲਸਾ ਬੇਪਰਵਾਹੀ ਦੇ ਵਿੱਚ ਸੀ। ਇਹਨਾਂ ਨੇ ਬੰਦੂਕਾਂ ਦੇ ਤੋੜੇ ਵੀ ਨਹੀਂ ਸੀ ਦਿਖਾਏ ਵੀ ਸਾਨੂੰ ਗੋਲੀ ਵੀ ਚਲਾਉਣੀ ਪਵੇਗੀ, ਇਹਦੇ ਸੋਚਿਆ ਹੀ ਨਹੀਂ ਸੀ ਵੀ ਅਬਦਾਲੀ ਆ ਜਾਏਗਾ। ਤੀਰ ਤਲਵਾਰਨ ਭਈ ਲੜਾਈ। ਬਸ ਫੇਰ ਕੀ ਸੀ, ਜਦੋਂ ਫੌਜ ਦੇ ਵਿੱਚ ਆ ਕੇ ਦੁਸ਼ਮਣ ਦੀ ਫੌਜ ਵੜ ਗਈ ਤੇ ਸਿੰਘ ਤੀਰਾਂ ਤਲਵਾਰਾਂ ਦੇ ਨਾਲ ਹੀ ਯੁੱਧ ਕਰਨ ਲੱਗ ਪਏ। ਬੜੇ ਅਚਾਨਕ ਉਥੇ ਆਈ। ਕਿਉਂਕਿ ਅਚਾਨਕ ਆ ਕੇ ਪਏ। ਖਾਲਸਾ ਬੜਾ ਬੇਪਰਵਾਹੀ ਦੇ ਨਾਲ ਆਪਣੇ ਆਨੰਦ ਦੇ ਨਾਲ ਡੇਰਾ ਜਿਹੜਾ ਸੀ ਉਹ ਦੁਆਬੇ ਵੱਲ ਨੂੰ ਲੈ ਕੇ ਜਾ ਰਿਹਾ ਤੇ ਬੇਪਰਵਾਹੀ ਦੇ ਵਿੱਚ ਸਨ ਤੇ ਅਚਾਨਕ ਹੀ ਅਬਦਾਲੀ ਦੀ ਫੌਜ ਨੇ ਆ ਕੇ ਹਮਲਾ ਕਰ ਦਿੱਤਾ। ਨੌਪੀ ਸਿੰਘ ਖੜ ਖੜ ਲੜੈ। ਇੱਕ ਵਾਰਾਂ ਦੇ ਸਿੰਘ ਜਿਹੜੇ ਹਿੱਲ ਗਏ, ਪਰ ਫੇਰ ਵੀ ਗੁਰੂ ਕਾ ਖਾਲਸਾ ਜਿਹੜਾ ਇਹ ਸਾਂਭ ਕੇ ਮੌਕਾ, ਕਹਿੰਦੇ ਵੀ ਇੱਥੇ ਹੁਣ ਲੜਨਾ ਪਵੇਗਾ। ਸੋਚਣ ਵਾਲੀ ਦੇ ਹੁਣ ਘੜੀ ਨਹੀਂ, ਸੋਚਣ ਵਾਲਾ ਦੇ ਹੁਣ ਸਮਾਂ ਨਹੀਂ। ਸਿੰਘ ਪੈਰ ਜਿਹੜੇ ਸੀ ਉਹ ਮੈਦਾਨ ਦੇ ਵਿੱਚ ਆਪਣੇ ਗੱਡ ਕੇ ਤੇ ਵੈਰੀ ਦੇ ਸਾਹਮਣੇ ਖੜ ਗਏ ਤੇ ਖੜ ਖੜ ਕੇ ਲੜਦੇ ਨੇ, ਤੇਗਾਂ ਦੇ ਵਾਰ ਕਰਦੇ ਨੇ। ਇਹਨੂੰ ਮਜਬ ਕਰ ਦਿੱਤਾ ਅੜ। ਕਹਿੰਦੇ ਖਾਲਸਾ ਜੀ ਇਹ ਸਾਡੇ ਦੀਨ ਦਾ, ਸਾਡੇ ਧਰਮ ਦਾ ਯੁੱਧ ਹੈ, ਇਹ ਸਾਡੀ ਹੋਂਦ ਦੀ ਲੜਾਈ ਹੈ, ਸਾਡੀ ਅਣਖ ਦੀ ਲੜਾਈ ਹੈ। ਇਹ ਲੁਟੇਰੇ ਬਾਹਰੋਂ ਆਏ ਹੈ ਤੇ ਇਹ ਅਸੀਂ ਇੱਥੋਂ ਦੇ ਵਸਨੀਕ ਹਾਂ। ਇਹ ਸਾਡੀ ਆਜ਼ਾਦੀ ਦੀ ਲੜਾਈ, ਅਸੀਂ ਆਪਣੇ ਖਿੱਤੇ ਨੂੰ ਇਹਨਾਂ ਲੋਟੂ ਟੋਲਿਆਂ ਕੋਲੋਂ ਆਜ਼ਾਦ ਕਰਾਉਣ ਦੇ ਲਈ ਲੜਨਾ ਹੈ। ਤੋਰ ਲੁੱਟਣ ਖੋਸਣ ਜੋਗੇ ਰਲੇ ਸੁਗਿਲ ਜਨ ਜਾਏ। ਜਿਹੜੇ ਸਿੰਘ ਜਦੋਂ ਚੜ੍ਹਦੇ ਹੁੰਦੇ ਸੀ ਨਾ, ਜਦੋਂ ਸਰਹੰਦ ਨੂੰ ਲੁੱਟਣ ਗਏ ਤੇ ਕਈ ਜਿਹੜੇ ਇਹੋ ਜਿਹੇ ਵੀ ਆ ਕੇ ਸਿੰਘਾਂ ਦੇ ਵਿੱਚ ਰਲ ਜਾਂਦੇ ਸੀ ਜਿਨ੍ਹਾਂ ਦਾ ਮਤਲਬ ਸਿਰਫ ਲੁੱਟ ਮਾਰ ਦੀ ਘਰੋਂਦਾ ਸੀ ਤੇ ਸਿੰਘ ਉਹਨਾਂ ਨੂੰ ਤਾਂ ਰਲਾ ਲੈਂਦੇ ਸੀ ਕਿਉਂਕਿ ਗਿਣਤੀ ਵੀ ਵਿਖਾਉਣੀ ਪੈਂਦੀ ਸੀ ਵੀ ਪਤਾ ਤੇ ਹੈਗਾ ਵੀ ਇਹ ਸਾਡੇ ਕੰਮ ਨਹੀਂ ਆਉਣੇ। ਪਰ ਜਿਹੜਾ ਦੁਸ਼ਮਣ ਜਦੋਂ ਵੇਖੇ ਤੇ ਉਹ ਵੇਖੇ ਵੀ ਇਹਨਾਂ ਸਿੰਘਾਂ ਦੀ ਤੇ ਗਿਣਤੀ ਬੜੀ ਆ ਫੌਜ ਦੀ, ਉਹਨਾਂ ਨੂੰ ਨਹੀਂ ਪਤਾ ਲੱਗਾ। ਸਿੰਘ ਖਿਡਾਰੀ ਸੀ, ਸਿੰਘ ਤਾਂ ਪਛਾਣ ਡਟ ਗਏ, ਪਰ ਜਿਹੜੇ ਕੁਝ ਲੁੱਟਣ ਦੀ ਮਨਸ਼ਾ ਦੇ ਨਾਲ ਖਾਲਸੇ ਦਲ ਵਿੱਚ ਆ ਕੇ ਰਲੇ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਉਹ ਜਾ ਕੇ ਅਬਦਾਲੀ ਦੀ ਫੌਜ ਦੇ ਵਿੱਚ ਵੜ ਗਏ। ਕੀ ਸ਼ਾਮ ਤੇ ਆਪਈ ਤੇ ਹੁਣ ਦੇ ਕਪਾਏ। ਕਹਿੰਦੇ ਉਹਨਾਂ ਦੀ ਸ਼ਾਮਤ ਆ ਗਈ ਤੇ ਅਬਦਾਲੀ ਦੀਆਂ ਫੌਜਾਂ ਨੇ ਉਹ ਲੁਟੇਰੇ ਸਾਰੇ ਮਾਰ ਦਿੱਤੇ। ਆਓ ਭਈ ਲੱਗੋ ਖਾਲਸੋ ਕਰਨ ਧਰਾਈ। ਹੁਣ ਖਾਲਸਾ ਵੀ ਲੜਾਈ ਕਰਨ ਲੱਗ ਪਿਆ। ਸੋਧ ਲਿਆ ਅਰਦਾਸਾਂ ਕਰ ਗਈ ਤਰ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਕਰਕੇ ਅਰਦਾਸ, ਮਿਆਨਾਂ ਦੇ ਵਿੱਚੋਂ ਸਿੰਘਾਂ ਨੇ ਤਲਵਾਰਾਂ ਸੂਤ ਲਈਆਂ। ਉਹਨੋਂ ਦੀਨਿਓ ਬਾਹਰ ਵਹੀਰ ਵੜਾਈ। ਤੇ ਵਹੀਰ ਨਾਲ ਸੀ ਇਹ ਲੜਾਈ ਜਿਹੜੀ ਹੈ ਨਾ, ਵੱਡਾ ਘੱਲੂ ਘਾਰਾ। ਇਹ ਮੁਸ਼ਕਲ ਲੜਾਈ ਇਸ ਕਰਕੇ ਸੀ ਵੀ ਜਿੰਨਾ ਵੀ ਸਿੰਘਾਂ ਦਾ ਵਹੀਰ ਸੀ, ਵਹੀਰ ਕਹਿੰਦੇ ਐ ਵੀ ਜਿਹੜੇ ਸਿੰਘਾਂ ਦੇ ਪਰਿਵਾਰ ਜਿਹਦੇ ਵਿੱਚ ਬੱਚੇ, ਬੁੱਢੇ, ਮਾਈਆਂ, ਬੀਬੀਆਂ, ਇਹ ਸਾਰਾ ਜਿਹਦੇ ਵਿੱਚ ਜਥਾ ਹੋਏ ਉਹਨੂੰ ਖਾਲਸੇ ਦਾ ਵੀਰ ਕਹਿੰਦੇ ਸਨ। ਫੌਜਾਂ ਦਾ ਵੀਰ ਹੁੰਦਾ ਹੈ ਤੇ ਜਿੰਨੀ ਵੀ ਰਸਤ ਬਸਤ ਜੋ ਕੁਝ ਵੀ ਹੈ ਉਹ ਵੀ ਸਿੰਘਾਂ ਦਾ ਨਾਲ ਸੀ। ਕਿਉਂਕਿ ਇੱਧਰ ਲਾਹੌਰ ਵੀ ਖਾਲੀ ਹੋ ਗਿਆ, ਅੰਮ੍ਰਿਤਸਰ ਸਾਹਿਬ ਖਾਲੀ ਹੋ ਗਿਆ, ਗੱਲ ਕੀ ਮਾਝਾ ਖਾਲੀ ਹੋ ਗਿਆ, ਦੁਆਬਾ ਖਾਲੀ ਹੋ ਗਿਆ। ਇੰਨੇ ਇਲਾਕੇ ਦੇ ਜਿਹੜੇ ਬੁੱਢੇ ਬਜ਼ੁਰਗ, ਬਾਲ, ਮਾਈਆਂ, ਬੀਬੀਆਂ ਉਹ ਸਾਰੇ ਹੀ ਖਾਲਸੇ ਦੇ ਵਹੀਰ ਦੇ ਨਾਲ ਸਨ। ਸਿੰਘਾਂ ਨੂੰ ਮੁਸ਼ਕਲ ਇਹ ਸੀ ਵੀ ਵੈਰੀ ਨਾਲ ਲੜਨਾ ਵੀ ਆ ਤੇ ਲੜਦਿਆਂ ਹੋਇਆਂ ਵਹੀਰ ਨੂੰ ਬਚਾਉਣਾ ਵੀ ਆ। ਕਿਉਂਕਿ ਵਹੀਰ ਹੁਣ ਬੁੱਢੇ ਬਜ਼ੁਰਗ, ਕਈ ਬਿਮਾਰ ਲੋਕ, ਕਈ ਜ਼ਖਮੀ, ਉਹ ਸਾਰੇ ਵੀਰ ਦੇ ਵਿੱਚ ਹੁੰਦੇ ਸਨ ਡੇਰੇ ਦੇ ਵਿੱਚ। ਉਹ ਲੜਦੇ ਨਹੀਂ ਸੀ ਸਕਦੇ। ਹਾਂ ਇਹ ਹੈ ਵੀ ਮਰਦਿਆਂ ਹੋਇਆ ਹੱਥ ਪੈਰ ਤੇ ਹਰ ਕੋਈ ਮਾਰਦਾ, ਪਰ ਜਿਵੇਂ ਕੋਈ ਖਾਲਸੇ ਦੇ ਟ੍ਰੇਨ ਸਿਪਾਹੀ ਫੌਜੀ ਲੜਦੇ ਇੱਦਾਂ ਨਹੀਂ ਸੀ ਲੜ ਸਕਦੇ। ਸਿੰਘਾਂ ਵੇਖਿਆ ਵੀ ਸਾਹਮਣੇ ਹੁਣ ਲੜਾਈ ਸ਼ੁਰੂ ਹੋ ਗਈ ਹੈ। ਵਹੀਰ ਪਹਿਲਾਂ ਅੱਗੇ ਲਾਇਆ ਸੀ ਤੇ ਵਹੀਰ ਦੇ ਅੱਗੇ ਕੁਝ ਸਿੰਘ ਸਨ। ਉਹ ਵਹੀਰ ਨੂੰ ਪਿੱਛੇ ਨੂੰ ਮੋੜਤਾ ਵੀ ਤੁਸੀਂ ਇੱਧਰ ਬਰਨਾਲੇ ਵਾਲੀ ਸਾਈਡ ਨੂੰ ਨਿਕਲ ਜਾਓ, ਮਲੇਰਕੋਟਲੇ ਦੇ ਨੇੜੇ ਉਹਦੀ ਹੁੰਦੇ ਆ। ਸਿਰ ਮੋਹਰੀਣ ਕਾ ਭਰੀ ਲੜਾਈ। ਤੇ ਜਿਹੜੇ ਮੋਹਰੇ ਜਾ ਰਹੇ ਸਨ ਸਿੰਘ ਅੱਗੇ ਅੱਗੇ ਜਾ ਰਹੇ ਸੀ, ਵਹੀਰ ਪਿੱਛੇ ਮੋੜਤਾ ਤੇ ਸਾਰੀ ਲੜਾਈ ਉਹਨਾਂ ਦੇ ਸਿਰ ਤੇ ਆ ਕੇ ਪੈ ਗਏ। ਬਹੁਤ ਮਾਰਿਓ ਸਿੰਘਨ ਖਾਈ। ਸਿੰਘਾਂ ਨੇ ਬੜੀ ਮਾਰ ਖਾਧੀ। ਇੱਕਦਮ ਸਿੰਘਾਂ ਦਾ ਬੜਾ ਨੁਕਸਾਨ ਹੋਇਆ। ਮੁੜ ਸਿੰਘ ਇਕੱਤਰ ਭਏ। ਪਰ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਲੜਦਾ ਹੈ, ਥੋੜਾ ਜਿਹਾ ਪਛਾਣ ਹੁੰਦੇ ਨੇ, ਮੁੜਦੇ ਨੇ, ਫੇਰ ਇਕੱਠੇ ਹੁੰਦੇ ਆ ਤੇ ਵੈਰੀ ਨਾਲ ਜੂਝਦੇ ਹਨ। ਗਿਰਜਨ ਸੋ ਸਿੰਘ ਲੜਨੇ ਡਹੇ। ਆ ਗੁਰੂ ਕੇ ਖਾਲਸੇ ਵਹੀਰ ਨੂੰ ਪਛਾਣ ਨੂੰ ਮੋੜ ਕੇ ਤੇ ਗਿਲਜਿਆਂ ਦੇ ਨਾਲ ਲੜਨ ਵਾਸਤੇ ਤਿਆਰ ਹੋ ਗਏ। ਖਾਲਸੇ ਨੇ ਵੀ ਜੰਗ ਦਾ ਬਿਗਲ ਵਜਾ ਦਿੱਤਾ। ਕਮਾਨ ਨੇਜੋ ਤਲਵਾਰ। ਆ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਣ ਲੱਗ ਪਈਆਂ, ਤੀਰ ਕਮਾਨ ਦੇ ਵਿੱਚੋਂ ਛੁੱਟਣ ਲੱਗ ਪਏ, ਮਿਆਨਾਂ ਚੋਂ ਤਲਵਾਰਾਂ ਬਾਹਰ ਆ ਗਈਆਂ। ਇੱਕ ਤਰਫੀ
ਤਰਫੀ ਹੋਵਨ ਮਾਰ। ਦੋ ਤਰਫੀ ਮਾਰ ਹੋਣ ਲੱਗ ਪਈ। ਇਧਰ ਸਿੰਘ ਜਿਹੜੇ ਆ ਉਹ ਅਬਦਾਲੀ ਦੀ ਫੌਜ ਤੇ ਹੱਲਾ ਕਰਦੇ ਆ ਤੇ ਅਬਦਾਲੀ ਦੇ 6.5 7 8 ਫੁੱਟ ਉੱਚੇ ਜਿਹੜੇ ਸਿਪਾਹੀ ਨੇ ਉਹ ਸਿੰਘਾਂ ਤੇ ਹੱਲਾ ਕਰਦੇ ਨੇ। ਹਰੌਲ ਸਿੰਘਣ ਤੋਂ ਲੱਭਿਓ ਸੁਭਾਰ। ਜਿਹੜਾ ਹਰੌਲ ਦਸਤਾ ਸੀ ਨਾ, ਜਿਹਦੇ ਵਿੱਚ ਗਿਣਤੀ ਦੇ 94 ਜਰਨੈਲ ਹੁੰਦੇ ਨੇ, ਸਿਪਾਹੀ ਹੁੰਦੇ ਨੇ, ਦੋ ਘੋੜਿਆਂ ਦਾ, 2 ਅਸਬੇ ਜਵਾਨ ਉਹਨਾਂ ਨੂੰ ਕਹਿੰਦੇ ਨੇ। 2 ਅਸਬੇ ਜਵਾਨ ਇੰਨੇ ਬਲੀ ਇੰਨੇ ਭਾਰੇ ਹੁੰਦੇ ਵੀ ਇੱਕ ਘੋੜਾ ਜਿਹੜਾ ਸੀ ਉਹ ਘੰਟੇ ਅੱਧੇ ਘੰਟੇ ਬਾਅਦ ਬਦਲਣਾ ਪੈਂਦਾ, ਨਾਲ ਰੱਖਦੇ ਸੀ ਕਦੀ ਉਸ ਘੋੜੇ ਤੇ ਕਦੀ ਉਸ ਘੋੜੇ ਤੇ। ਜਿਹੜੇ ਐਡੇ 94 ਸਿਪਾਹੀ ਸੀ ਨਾ, ਹਰਿਆਲ ਦਸਤਾ ਜਿਨ੍ਹਾਂ ਸਿੰਘਾਂ ਦੇ ਹੱਲਾ ਕੀਤਾ, ਇਹਨਾਂ ਦੇ ਹੱਲਾ ਕੀਤਾ ਸੀ ਵੀ ਪਹਿਲੇ ਹੱਲੇ ਹੀ ਖਤਮ ਕਰ ਲਾਂਗੇ, ਕਿਉਂਕਿ 2 ਘੰਟਿਆਂ ਦਾ ਟਾਈਮ ਦਿੱਤਾ ਸੀ ਅਬਦਾਲੀ ਨੇ ਵੀ 2 ਘੰਟਿਆਂ ਸਿੱਖ ਖਤਮ ਕਰ ਦੇਣੇ ਆ। ਤੇ ਜਦੋਂ ਸਿੰਘਾਂ ਨੇ ਅੱਗੇ ਪੈਰ ਅੜਾਏ ਤੇ ਖਾਲਸੇ ਨੇ ਵੈਰੀ ਦਾ ਹੱਲਾ ਝੱਲ ਲਿਆ। ਸਰਦਾਰਨ ਮਿਲ ਤਬ ਕੀਓ ਵਿਚਾਰ। ਜਦੋਂ ਵੈਰੀ ਦਾ ਇੱਕ ਰਾ ਹੱਲਾ ਝੱਲ ਲਿਆ ਤੇ ਜਿਹੜੇ ਸਰਦਾਰ ਸੀ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਸ਼ਾਮ ਸਿੰਘ ਜੀ, ਬਾਬਾ ਤਾਰਾ ਸਿੰਘ ਜੀ ਡੱਲੇਵਾਲੀਆ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਇਤਿਹਾਦਿਕ ਜਿਹੜੇ ਉਸ ਵੇਲੇ ਪੰਥ ਦੇ ਜਰਨੈਲ ਸਨ, ਮੁਖੀ ਸਿੰਘ ਸੀ, ਉਹਨਾਂ ਗੁਰਮਤਾ ਕੀਤਾ ਚੱਲਦੀ ਲੜਾਈ 'ਚ। ਕਰੋ ਬਹੀਰ ਅਬ ਮਾਲਵੇ ਵੱਲ। ਕਹਿੰਦੇ ਇਦਾਂ ਕਰੋ ਵੀ ਆਪਾਂ ਲੜਦੇ ਰਹੇ ਨਾ ਵੈਰੀਆਂ ਨਾਲ ਜੰਗ, ਤੇ ਜਿਹੜਾ ਵੀਰ ਹੈ ਨਾ, ਜਿਹੜੇ ਆਪਣੇ ਬਾਲ ਬਿਰਧ ਬੱਚੇ ਮਾਈਆਂ ਨੇ, ਬਿਮਾਰ ਨੇ, ਜ਼ਖਮੀ ਨੇ, ਇਹਨਾਂ ਸਾਰਿਆਂ ਨੂੰ ਮਾਲਵੇ 'ਚ ਤੋਰ ਦਈਏ ਵੀ ਜਿਵੇਂ ਕਿਵੇਂ ਕਰਕੇ ਜੰਗਲ ਦੇਸ਼ ਵਿੱਚ ਪਹੁੰਚ ਜਾਣ ਤੇ ਉੱਥੇ ਸੁਰੱਖਿਅਤ ਹੋਣਗੇ। ਵਕੀਲ ਮਨਵਈਨ ਕਹੀ ਸਦ ਗੱਲ। ਉਸ ਵੇਲੇ ਜਿਹੜੇ ਮਾਲਵੇ ਦੇ ਵਕੀਲ ਸਨ ਉਹਨਾਂ ਨੂੰ ਗੁਰੂ ਕੇ ਖਾਲਸੇ ਨੇ ਗੱਲ ਕਹੀ। ਜਿਹੜੇ ਮਲਵਈ ਸਰਦਾਰ ਸੀ ਨਾ, ਉਹਨਾਂ ਦੇ ਵਕੀਲ, ਉਹਨਾਂ ਦੇ ਨੁਮਾਇੰਦੇ ਸਿੰਘਾਂ ਦੇ ਦਲ ਦੇ ਨਾਲ ਰਹਿੰਦੇ ਸੀ। ਖਾਲਸੇ ਨੇ ਉਹਨਾਂ ਨੂੰ ਸੱਦ ਲਿਆ। ਚਲੋ ਮੋਹਰੇ ਲਗ ਆਪਣੇ ਦੇਸ਼। ਉਹਨਾਂ ਵਕੀਲਾਂ ਨੂੰ ਕਿਹਾ ਵੀ ਮਾਲਵੇ ਦੇ ਤੁਸੀਂ ਭੇਤੀ ਹੋ ਤੇ ਇਹ ਜਿਹੜੇ ਸਾਡੇ ਵਹੀਰ ਜਮਾਈਆਂ ਬੀਬੀਆਂ ਬਿਰਧ ਬੱਚੇ ਨੇ, ਬਿਮਾਰ ਨੇ, ਜ਼ਖਮੀ ਨੇ, ਇਹਨਾਂ ਨੂੰ ਬਹੁਤਾ ਭੇਤ ਨਹੀਂ, ਤੁਸੀਂ ਅੱਗੇ ਲੱਗ ਕੇ ਤੇ ਸਾਰਾ ਹੀ ਜਿਹੜਾ ਖਾਲਸੇ ਦਾ ਵੀਰ ਹੈ, ਖਾਲਸੇ ਦੇ ਕਬੀਲੇ, ਖਾਲਸੇ ਦੇ ਪਰਿਵਾਰ ਟੱਬਰ ਨੂੰ ਜੰਗਲਾਂ ਦੇ ਵਿੱਚ ਲੈ ਚੱਲੋ। ਵਹੀਰ ਚਲੋ ਲੈ ਮੋਹਰੇ ਦੇਸ਼। ਆ ਤੁਸੀਂ ਅੱਗੇ ਲੱਗ ਕੇ ਤੇ ਆਪਣੇ ਦੇਸ਼ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਾ ਕੇ ਬਠਿੰਡੇ ਤੀਕਰ ਪਰੇ ਜੈਤੋ ਤੀਕਰ ਇਹਨਾਂ ਦਾ ਬਚਾਅ ਕਰੋ। ਵਕੀਲ ਭਾਈ ਕਾ ਦਰਾਜ ਸਵਾਲ। ਉਹ ਕਿਹੜੇ ਵਕੀਲ ਸਨ? ਕਹਿੰਦੇ ਭਾਈਕਿਆਂ ਦੇ ਵਿੱਚੋਂ ਦਰਾਜ ਪਿੰਡ ਹੈ, ਤਪੇ ਦੇ ਨਾਗੇ, ਮਾਲਵੇ ਦੇ ਨਗਰਾਂ ਦੇ ਨਾਮ ਨੇ। ਉਹ ਦਰਾਜ ਦੇ ਰਹਿਣ ਵਾਲਾ ਜੋ ਭਾਈਕਿਆਂ ਦੇ ਵਿੱਚੋਂ ਸੀ। ਨਾਮ ਸੰਗੂ ਸਿੰਘ ਗੁਰੂ ਪਿਆਰਾ। ਇਹਦਾ ਨਾਮ ਸੀ ਸੰਗੂ ਸਿੰਘ ਤੇ ਗੁਰੂ ਘਰ ਦਾ ਇਹ ਬਹੁਤ ਹੀ ਜ਼ਿਆਦਾ ਪ੍ਰੇਮੀ ਸੀ ਤੇ ਬਠਿੰਡੇ ਦਾ ਰਾਜ ਇਹਨਾਂ ਦੇ ਕੋਲ ਸੀ ਉਦੋਂ। ਜੇ ਆਲਾ ਸਿੰਘ ਕੌਕਤਵਾਲ। ਦੂਜਾ ਬਾਬਾ ਆਲਾ ਸਿੰਘ ਪਟਿਆਲੇ ਵਾਲਾ, ਇਹਦਾ ਕੋਤਵਾਲ ਸਿੰਘਾਂ ਦੇ ਕੋਲ ਸੀ। ਨਾਮ ਸੇਖੂ ਸਿੰਘ ਹੰਬਲਵਾਲ। ਇਹਦਾ ਪਿੰਡ ਹੰਬਲਵਾਲ ਸੀ ਤੇ ਨਾਮ ਇਹਦਾ ਸੇਖੂ ਸਿੰਘ ਸੀ। ਬੁੱਢੇ ਸਿੰਘ ਭਾਈ ਕੋ ਦਿਓ। ਤੇ ਤੀਸਰਾ ਵਕੀਲ ਸੀ ਭਾਈ ਬੁੱਢੇ ਸਿੰਘ ਦਾ। ਗੇੜ ਖਾਲਸੇ ਸੋ ਮੋਹਰੇ ਕੀਓ। ਆ ਖਾਲਸੇ ਨੇ ਸਲਾਹ ਕਰਕੇ ਇਹਨਾਂ ਤਿੰਨਾਂ ਨੂੰ ਅੱਗੇ ਲਾਇਆ ਵੀ ਤੁਸੀਂ ਆਪਣੇ ਬੰਦੇ ਨਾਲ ਖੜੋ, ਅੱਗੇ ਰਾਹ ਵਿਖਾਓ ਤੇ ਤੁਹਾਡੇ ਮਗਰ ਜਿਹੜਾ ਵਹੀਰ ਜਾਵੇਗਾ। ਹੋਰ ਤਿੰਨ ਨੇਜਨ ਕੱਪੜੇ ਬੰਦੇ ਵੈਰ ਭਜਿਵ ਕਰ ਲੀਨ। ਉਹਨਾਂ ਵਕੀਲਾਂ ਨੇ ਕੀ ਕੀਤਾ ਵੀ ਬਰਸ਼ੇ ਲੈ ਗਏ ਤੇ ਉਹਨਾਂ ਦੇ ਉੱਤੇ ਕੱਪੜੇ ਬੰਨ੍ਹਦੇ, ਜਿਵੇਂ ਨਿਸ਼ਾਨ ਸਾਹਿਬ ਹੁੰਦੇ ਛੋਟੇ ਜਿਹੇ। ਇਹ ਅਗਵਾਈ ਕਰਦੇ ਦਲਾਂ ਪੰਥਾਂ ਦੇ ਅੱਗੇ ਜਾਂ ਪ੍ਰਭਾਤ ਫੇਰੀਆਂ ਦੇ ਅੱਗੇ, ਨਗਰ ਕੀਰਤਨ ਦੇ ਅੱਗੇ। ਇਦਾਂ ਕਹਿੰਦੇ ਵੀ ਉਹਨਾਂ ਨੇ ਕੀਤਾ ਵੀ ਨੇਜਿਆਂ ਦੇ ਉੱਤੇ ਕੱਪੜੇ ਬੰਨ੍ਹ ਲਏ, ਨਿਸ਼ਾਨ ਸਾਹਿਬ ਬਣਾ ਲਏ। ਵਜ਼ੀਰ ਮਗਰ ਤਿਨ ਹੋਏ ਤੁਰਿਓ ਮਾਲਵੇ ਵੱਲ ਜ਼ਮੀਨ। ਆਪ ਨਿਸ਼ਾਨ ਸਾਹਿਬ ਲੈ ਕੇ ਉਹ ਅੱਗੇ ਤੁਰੇ ਤੇ ਬਾਕੀ ਜਿੰਨਾ ਵੀ ਵਹੀਰ ਸੀ ਉਹ ਮਾਲਵੇ ਵੱਲ ਨੂੰ ਖਾਲਸੇ ਦਾ ਨਾਲ ਤੁਰ ਪਿਆ। ਆਓ ਭਈ ਕਹੇ ਮਲਵਈ ਹਮ ਮਗਰੇ ਆਇਓ। ਮਲਵਈ ਜਿਹੜੇ ਵਕੀਲ ਸਨ ਸਰਦਾਰਾਂ ਦੇ, ਉਹਨਾਂ ਖਾਲਸੇ ਨੂੰ ਇੱਕ ਆਵਾਜ਼ ਦੇ ਦਿੱਤੀ, ਕਿਉਂਕਿ ਉੱਥੇ ਹੁਣ ਇੰਨੀ ਗਿਣਤੀ ਸੀ, ਕੱਲੇ ਨੂੰ ਦੱਸਿਆ ਥੋੜਾ ਜਾ ਸਕਦਾ ਸੀ ਵੀ ਕਿੱਧਰ ਜਾਣਾ ਹੈ। ਇੰਨੀ ਕੁ ਆਵਾਜ਼ ਪਹੁੰਚਾ ਦੀ ਵੀ ਤੁਸੀਂ ਆ ਨਿਸ਼ਾਨ ਸਾਹਿਬ ਵੇਖਣੇ ਨੇ, ਜਿੱਧਰ ਨੂੰ ਇਹ ਜਾਣ ਇਹਨਾਂ ਦੇ ਮਗਰ ਜਾਣਾ ਹੈ। ਉੱਚੇ ਕਹਿ ਬੋਲ ਸੁਣਾਇਓ। ਏਦਾਂ ਉੱਚੀ ਕਹਿ ਕੇ ਬੋਲ ਕੇ ਸਾਰੇ ਵਹੀਰ ਨੂੰ, ਬੱਚੇ ਬਿਰਧ ਮਾਈਆਂ ਬੀਬੀਆਂ ਬੁੱਢੇ ਸਾਰਿਆਂ ਨੂੰ ਦੱਸ ਦਿੱਤਾ ਵੀ ਆ ਨਿਸ਼ਾਨਾ ਵਾਲਿਆਂ ਦੇ ਮਗਰ ਤੁਸੀਂ ਜਾਣਾ ਹੈ। ਵਜ਼ੀਰ ਮਲਵਈਨ ਮਗਰ ਲਗ ਤੁਰਾ।
ਇਦਾਂ ਮਲਵਈ ਸਰਦਾਰਾਂ ਦੇ ਵਕੀਲਾਂ ਦੇ ਮਗਰ ਸਿੱਖਾਂ ਦੇ ਖਾਲਸੇ ਦੇ ਪਰਿਵਾਰ ਜਿਹੜੇ ਸੀ ਉਹ ਚੱਲ ਪਏ। ਗਿਲਜੇ ਹਰੌਲ ਸਿੰਘਨ ਕੀਓ ਖਰਾ। ਇਧਰ ਜਿਹੜੇ ਗਿਲਜੇ ਪਠਾਨ ਸੀ ਅਬਦਾਲੀ ਦੇ, ਉਹਨਾਂ ਦਾ ਹਰੌਲ ਦਸਤਾ ਜਿਹੜਾ ਸੀ ਨਾ, ਜਿਹੜੇ 94 ਸਿਪਾਹੀ ਸੀ, ਸਪੈਸ਼ਲ ਫੋਰਸ ਜਿਹੜੀ ਅੱਗੇ ਲੱਗੀ ਸੀ, ਉਹਨਾਂ ਨੂੰ ਸਿੰਘਾਂ ਨੇ ਰੋਕ ਕੇ ਰੱਖਿਆ ਵੀ ਇਹ ਪਰਿਵਾਰ ਸਾਰੇ ਅੱਗੇ ਲੰਘ ਜਾਣ, ਤੇ ਇਹਨਾਂ ਨੂੰ ਖਿਲਾਰ ਕੇ ਰੱਖੀਏ ਤੇ ਫਿਰ ਇਹਨਾਂ ਨਾਲ ਜੰਗ ਕਰਾਂਗੇ। ਹੋਰ ਵਹੀਰ ਕੋਸ ਦੋਏ ਤਿੰਨ ਗਇਓ ਤੋ ਆਗੇ ਪਰੇ ਰਪਿਓਰ। ਜਦੋਂ ਵਹੀਰ 2-3 ਕੋ ਅੱਗੇ ਚਲਾ ਗਿਆ ਮਾਲਵੇ ਵੱਲ ਨੂੰ, ਤੇ ਸਿੰਘ ਅਜੇ ਨਿਸ਼ਚਿੰਤ ਹੋਏ ਸੀ ਵੀ ਹੁਣ ਆਪਾਂ ਅਬਦਾਲੀ ਦੀ ਫੌਜ ਦੇ ਨਾਲ ਐ ਡਟ ਕੇ ਲੜੀਏ। ਪਰ ਇੱਕ ਮੁਸੀਬਤ ਖਾਲਸੇ ਵਾਸਤੇ ਹੋਰ ਪੈ ਗਈ ਵੀ ਜਿਹੜੇ ਅਗਲੇ ਪਾਸੇ ਮਲੇਰਕੋਟਲੇ ਵਾਲੇ ਅਤੇ ਸਰਹੰਦ ਦਾ ਸੂਬਾ ਜੈਨ ਖਾਨ, ਉਹ ਸਿੱਖਾਂ ਦੇ ਪਰਿਵਾਰਾਂ ਦੇ ਟੁੱਟ ਕੇ ਪੈ ਗਏ। ਜਾਨਾ ਅਤੇ ਮਲੇਰੀਏ ਮਾਰੇ ਉਹਨਾਂ ਬਹੁ ਦੌਰ। ਆ ਜੈਨ ਖਾਨ ਸਰਹੰਦ ਵਾਲਾ ਤੇ ਮਲੇਰਕੋਟਲੇ ਦੇ ਪਠਾਣਾ ਨੇ ਸਿੱਖਾਂ ਦੇ ਬਿਰਧ ਮਾਈ ਬਾਪ ਤੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਵੀ ਦੌੜ ਦੌੜ ਕੇ ਮਾਰਿਆ। ਵਹੀਰ ਗਇਓ ਤੋ ਸੁਨੋ ਤੋ। ਉਹਦਾ ਕਾਰਨ ਇਹ ਸੀ ਵੀ ਜਿਹੜਾ ਵਹੀਰ ਸੀ ਨਾ, ਉਹ ਸੁਣਨਾ ਗਿਆ ਸੀ, ਉਹਦੇ ਨਾਲ ਕੋਈ ਸ਼ਸਤਰਧਾਰੀ ਸਿਪਾਹੀ ਨਹੀਂ ਸੀ ਸਿੰਘਾਂ ਨੇ ਭੇਜੇ। ਤੇ ਜਿਹੜਾ ਵਹੀਰ ਸੀ, ਹੋਣਗੇ ਸ਼ਸਤਰ ਉਹਨਾਂ ਦੇ ਕੋਲ ਵੀ, ਪਰ ਉਹ ਟ੍ਰੇਨ ਥੋੜਾ ਸਨ। ਜਿਹੜੇ ਵਿਚਾਰੇ ਬਿਲਕੁਲ ਬਿਰਧ ਹੈ, ਜਿਨ੍ਹਾਂ ਦੀ ਦਵਾ ਦਾਰੂ ਚੱਲ ਰਹੀ ਹੈ, ਜਿਹੜੇ ਬਿਮਾਰ ਹੈ ਜਾਂ ਜਿਹੜੇ ਬੱਚੇ ਹੈ, ਹੁਣ ਮਾਈਆਂ ਆਪਣੇ ਛੋਟੇ ਛੋਟੇ ਬੱਚੇ ਸੰਭਾਲਣਾ ਕਿ ਵੈਰੀ ਦੇ ਨਾਲ ਲੜਨ। ਉਹ ਜਿੰਨਾ ਵੀ ਸਿੱਖਾਂ ਦਾ ਪਰਿਵਾਰ ਟੱਬਰ ਕਬੀਲਾ ਸੀ, ਉਹਦੇ ਨਾਲ ਕੋਈ ਸਿੰਘਾਂ ਦਾ ਜਥਾ ਨਹੀਂ ਸੀ ਗਿਆ। ਉਹ ਸਾਰਾ ਪਰਿਵਾਰ ਸੁਣਨਾ ਹੀ ਗਿਆ ਸੀ, ਇਹ ਸੋਚ ਕੇ ਵੀ ਚਲੋ ਇਹਨਾਂ ਦੇ ਮਾਲਵੇ ਨੂੰ ਚਲੇ ਜਾਣਾ ਹੈ ਤੇ ਬਾਕੀ ਸਿਪਾਹੀ ਇੱਥੇ ਲੜਨਗੇ। ਤੋ ਸਰਦਾਰ ਨਾ ਉਨ ਸੰਗ ਕੋ। ਕੋਈ ਵੀ ਸਿੰਘਾਂ ਦੀ ਮਿਸ਼ਲ ਦਾ ਸਰਦਾਰ ਨਹੀਂ ਸੀ ਵੀ ਜੇ 11 ਮਿਸ਼ਲਾਂ ਨੇ, 2 ਦਲ ਨੇ, ਵੀ ਚਲੋ ਇਹਨਾਂ ਦਾ ਕੋਈ ਇੱਕ ਮਿਸ਼ਲ ਘਰ ਦਿੰਦੇ। ਅੱਗੇ ਉਹ ਵਹੀਰ ਉਨ ਲੀਨੋ ਘੇਰ। ਉਹ ਸਿੰਘਾਂ ਨੇ ਇਹ ਸੋਚ ਕੇ ਭੇਜਿਆ ਵੀ ਲੜਾਈ ਤੇ ਇੱਧਰ ਹੈ, ਵੀ ਇਸ ਅੱਗੇ ਲੰਘ ਜੂਗਾ ਸਾਡਾ ਪਰਿਵਾਰ, ਪਰ ਮਲੇਰਕੋਟਲੇ ਵਾਲਿਆਂ ਦੇ ਸਰਹੰਦ ਦੇ ਸੂਬੇ ਨੇ ਸਿੰਘਾਂ ਦੇ ਪਰਿਵਾਰਾਂ ਨੂੰ ਅੱਗੋਂ ਘੇਰ ਲਿਆ। ਅਈੜ ਮੇ ਵੜ ਕੇ ਸ਼ੇਰ। ਇਹਦਾ ਸਿੰਘਾਂ ਦੇ ਪਰਿਵਾਰਾਂ ਦੇ ਬਿਰਧਾਂ ਦੇ ਬੁੱਢਿਆਂ ਤੇ ਮਾਈਆਂ ਤੇ ਭਾਈਆਂ ਦੇ ਬੱਚਿਆਂ ਦੇ ਆ ਕੇ ਵਿਪਤਾ ਪਈ ਵੀ ਜਿਵੇਂ ਕੋਈ ਸ਼ੇਰ ਆ ਕੇ ਤੇ ਭੇਡਾਂ ਦੇ ਵਿੱਚ ਵੜ ਜਾਂਦਾ, ਜਿਮ ਅਈੜ ਮੈਂ ਵੜ ਗਿਓ ਸ਼ੇਰ, ਜਿਵੇਂ ਕਹਿੰਦੇ ਵੀ ਸ਼ੇਰ ਵੜਦਾ ਹੈ। ਉਹੀ ਹਾਲਤ ਹੋਈ ਹੁਣ। ਅੱਗੇ ਕਿਹੜੇ ਕੋਈ ਜੁਝਾਰੂ ਯੋਧੇ ਸਨ। ਬਹੁਤ ਲੋਕੀ ਹੁਣ ਕਤਲ ਕਰੇ। ਬੜੇ ਲੋਕ ਕਤਲ ਕੀਤੇ। ਮਲੇਰਕੋਟਲੇ ਦੇ ਪਠਾਨ ਜਿਹੜੇ ਆ ਨਾ, ਇੱਕ ਹਾ ਦਾ ਨਾਰਾ ਹੀ ਹੈ, ਬਾਕੀ ਇਹਨਾਂ ਘੱਟ ਨਹੀਂ ਕੀਤੀ। ਇਹ ਹੁਣ ਕਿੰਨਾਂ ਨੂੰ ਮਾਰ ਰਹੇ ਨੇ? ਸਿੱਖਾਂ ਦੇ ਬੱਚਿਆਂ ਨੂੰ। ਕਹਿੰਦੇ ਖਤਮ ਕਰੋ, ਗਾਂ ਸਿੱਖਾਂ ਦੀ ਪਨੀਰੀ ਖਤਮ ਹੋ ਜੇ। ਸਿੱਖਾਂ ਦੀਆਂ ਮਾਈਆਂ ਨੂੰ, ਕਿਸੇ ਦੀ ਭੈਣ, ਕਿਸੇ ਦੀ ਘਰਵਾਲੀ ਨੂੰ, ਕਿਸੇ ਦੇ ਬਾਪ ਨੂੰ ਮਾਰ ਰਹੇ ਨੇ। ਬੜੇ ਕਹਿੰਦੇ ਵੀ ਬੱਚੇ ਬਿਰਧ ਤੇ ਮਾਈਆਂ ਮਲੇਰਕੋਟਲੀਆਂ ਨੇ ਵੱਢ ਵੱਢ ਕੇ ਇਹਨਾਂ ਦਾ ਨੁਕਸਾਨ ਕੀਤਾ। ਬੱਚੇ ਵਹੀਰੇ ਮੁੜ ਤਰ ਰੜੇ। ਉਹਨਾਂ ਜੋ ਜਿਹੜੇ ਬਚੇ ਸੀ ਨਾ, ਇੱਕਦਮ ਸੰਭਲੇ ਤੇ ਸੰਭਲ ਕੇ ਫੇਰ ਉਧਰ ਨੂੰ ਮੁੜੇ। ਸਾਧ ਸੰਗਤ ਆ ਵੇਖੋ ਆ ਕਿੱਦਾਂ ਦੀ ਹਾਲਤ ਹੈ। ਉਧਰੋਂ ਖਾਲਸਾ ਲੜ ਰਹੇ ਅਬਦਾਲੀ ਦੀਆਂ ਲੱਖਾਂ ਫੌਜਾਂ ਨਾਲ, ਉਹਨਾਂ ਪਰਿਵਾਰ ਤੁਰੇ ਵੀ ਤੁਸੀਂ ਮਾਲਵੇ ਨੂੰ ਚਲੇ ਜਾਓ। ਉਹ 2-3 ਕੋ ਅੱਗੇ ਆਏ ਤੇ ਅੱਗੋਂ ਵੈਰੀ ਨੇ ਘੇਰ ਕੇ ਉਹਨਾਂ ਦੇ ਹਮਲਾ ਕਰਤਾ। ਕਈ ਮਾਰੇ ਗਏ ਤੇ ਉਹ ਜਾਨ ਬਚਾਉਣ ਦੇ ਲਈ ਫਿਰ ਪਛਾਣ ਨੂੰ ਭੱਜੇ। ਕਿਹੋ ਜਿਹਾ ਸਮਾਂ ਆਇਆ ਏ। ਤਬੇ ਖਾਲਸਾ ਕਹਿਓ ਵਿਚਾਰ। ਜਦੋਂ ਖਾਲਸੇ ਤਾਈਂ ਖਬਰ ਗਈ ਵੀ ਇਦਾਂ ਹੋਇਆ ਵੀ ਮਲੇਰਕੋਟਲੇ ਵਾਲੇ ਤੇ ਜੈਨ ਖਾਨ ਨੇ ਬੜਾ ਨੁਕਸਾਨ ਕਰ ਦਿੱਤਾ ਹੈ ਸਾਡੇ ਵੀਰ ਦਾ, ਤੇ ਜਿਹੜੇ ਪੰਥ ਦੇ ਜਰਨੈਲ ਜਿਹਦੇ ਜਥੇਦਾਰ ਸੀ, ਉਹਨਾਂ ਨੇ ਵਿਚਾਰ ਕੀਤੀ, ਸਲਾਹ ਕੀਤੀ। ਚਲੋ ਵਹੀਰ ਸੰਗ ਕੋ ਸਰਦਾਰ। ਕਹਿੰਦੇ ਵੀ ਏਦਾਂ ਕਰੋ ਵੀ ਆਪਣਾ ਪਰਿਵਾਰ ਜਿਹੜਾ ਹੈ ਨਾ, ਇਹਨੂੰ ਖਾਲੀ ਨਾ ਛੱਡੋ, ਇਹਨਾਂ ਦੇ ਨਾਲ ਕੋਈ ਨਾ ਕੋਈ ਸਰਦਾਰ ਜਾਓ, ਕੋਈ ਨਾ ਕੋਈ ਜਿਹੜਾ ਜਥੇਦਾਰ ਜ਼ਰੂਰ ਜਾਵੋ ਰਾਖੀ ਕਰਨ ਦੇ ਲਈ। ਜੱਸਾ ਸਿੰਘ ਸ਼ਾਮ ਸਿੰਘ ਇਹ ਹੋਤਲੇ ਥੰਨੇ ਵਾਲ। ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਬਾਬਾ ਸਿਆਮ ਸਿੰਘ, ਇਹ ਸਾਧ ਸੰਗਤ ਜੀ ਜਥਿਆਂ ਦੇ 2 ਮਿਸ਼ਲਾਂ ਦੇ ਜਥੇਦਾਰ ਬਣੇ ਸੀ ਉਦੋਂ। ਭਾਵੇਂ ਕਿ ਬਾਬਾ ਜੱਸਾ ਸਿੰਘ ਬੁੱਢੇ ਦਲ ਦੇ ਜਥੇਦਾਰ ਸੀ, ਪਰ ਜਿਹੜੀਆਂ ਮਿਸ਼ਲਾਂ ਬਣੀਆਂ, ਬੁੱਢੇ ਦਲ ਦੀਆਂ 6 ਮਿਸ਼ਲਾਂ ਸਨ ਤੇ ਤਰਨੇ ਦਲ ਦੀਆਂ 5। 12ਵੀਂ ਮਿਸਲ ਜਿਹੜੀ ਸੀ ਉਹ ਫੂਲਕਿਆਂ ਦੀ ਸੀ। ਉਹ ਸਿੰਘਾਂ ਦੇ ਨਾਲ ਬਹੁਤਾ ਆ ਕੇ ਮਦਦ ਨਹੀਂ ਕਰਦੇ ਰਹੇ। ਉਹ ਇੱਕ ਨਾਂ ਦੀ ਮਿਸਲ ਸੀ। ਇਹ ਥੰਨੇਵਾਲ ਸੀ। ਅੰਮ੍ਰਿਤ ਵੀ ਜਿਹੜਾ ਸੀ ਇਹਨਾਂ ਨੇ ਇਕੱਠੇ ਛਕਿਆ, ਅਤੇ ਨਾਲ ਇਹਨਾਂ ਦੇ 2-2 ਮਿਸਲਾਂ, ਭਾਵ ਵੀ 4 ਮਿਸਲਾਂ ਦੇ ਜਥੇ ਇਹਨਾਂ ਦੋਵਾਂ ਦੀ ਕਮਾਂਡ ਹੇਠ ਸਨ। ਕੋ ਸਭ ਸਿੰਘ ਜਨ
ਕਹਿਓ ਇਕ ਰਲੋਂ ਬਹੀਰ ਨਾਲ। ਸਰਦਾਰ ਜੱਸਾ ਸਿੰਘ ਤੇ ਸ਼ਾਮ ਸਿੰਘ ਨਾਰੋਵਾਲੀ ਇਹਨਾਂ ਦੋਵਾਂ ਨੂੰ ਖਾਲਸੇ ਨੇ ਕਿਹਾ ਵੀ ਤੁਹਾਡੇ ਚੋਂ ਇੱਕ ਜਾਣਾ ਜਾ ਕੇ ਤੇ 2 ਮਿਸਲਾਂ ਲੈ ਜਾਓ ਤੇ ਤੁਸੀਂ ਜਾ ਕੇ ਵਹੀਰ ਦੇ ਨਾਲ ਰਲੋ ਵੀ ਜੇ ਕੋਈ ਵੈਰੀ ਅੱਗਿਓਂ ਘੇਰਾ ਪਾ ਕੇ ਮਾਰੇ ਤੇ ਉਹਨਾਂ ਦਾ ਮੁਕਾਬਲਾ ਤੁਸੀਂ ਕਰਕੇ ਵਹੀਰ ਨੂੰ ਬਚਾਵੋ। ਜਾਓ ਭਈ ਸਭ ਖਾਲਸੇ ਸੋ ਸ਼ਾਮ ਸਿੰਘ ਕਹਿਓ। ਜਦੋਂ ਇਹ ਪੰਚ ਨੇ ਗੁਰਮਤਾ ਕੀਤਾ ਤੇ ਬਾਬਾ ਸ਼ਾਮ ਸਿੰਘ ਨਾਰੋਵਾਲੀਆ ਜਿਹਦੇ ਕੋਲ 12,000 ਘੋੜਸਵਾਰ ਸਿੰਘ ਹਰ ਸਮੇਂ ਨਾਲ ਰਹਿੰਦੇ ਸੀ, ਬੜਾ ਵੱਡਾ ਜਥਾ ਸੀ ਇਹਦਾ, ਤੇ ਕਹਿੰਦੇ ਵੀ ਬਾਬਾ ਸ਼ਾਮ ਸਿੰਘ ਕਹਿਣ ਲੱਗਾ ਖਾਲਸੇ ਨੂੰ, ਕਹਿੰਦੇ ਖਾਲਸਾ ਜੀ ਤੁਸੀਂ ਚਿੰਤਾ ਨਾ ਕਰੋ, ਇਹ ਜਿਹੜਾ ਸਰਹੰਦ ਦਾ ਸੂਬਾ ਹੈ ਤੇ ਜਿਹੜੇ ਮਲੇਰਕੋਟਲੀਏ ਪਠਾਨ ਨੇ ਨਾ ਇਹਨਾਂ ਦੇ ਵਾਸਤੇ ਕਹਿੰਦੇ ਵੀ ਮੇਰੇ ਇਕੱਲੇ ਦਾ ਹੀ ਜਥਾ ਬਹੁਤ ਹੈ, ਮੈਂ ਇਕੱਲਾ ਹੀ ਬਹੁਤ ਹਾਂ। ਬਾਕੀ 3 ਤਰਫ ਤੁਸੀਂ ਸਾਂਭੋ ਕਿਉਂਕਿ 4 ਦਿਸ਼ਾਵਾਂ ਹੁੰਦੀਆਂ ਨੇ ਨਾ, ਉੱਤਰ ਦੱਖਣ ਪੂਰਬ ਪੱਛਮ। ਕਹਿੰਦੇ ਵੀ ਇੱਕ ਪਾਸਾ ਜਿਹੜਾ ਹੈ ਨਾ ਜਿੱਧਰਲੇ ਬੰਨੇ ਉਹ ਮਲੇਰਕੋਟਲੀਏ ਜਾਂ ਸਰਹੰਦ ਵਾਲੇ ਪੈਣਗੇ, ਇਹ ਪਾਸਾ ਕਹਿੰਦੇ ਮੈਂ ਰੋਕ ਕੇ ਰੱਖਾਂਗਾ, ਬਾਕੀ 3 ਪਾਸੇ ਜਿਹੜੇ ਹੈ ਉਧਰ ਲੜਾਈ ਤੁਸੀਂ ਲੜੋ। ਕਿਉਂਕਿ ਸਾਡੇ ਧਰਮ ਦਾ ਯੁੱਧ ਹੈ, ਸਾਡੇ ਮਜ਼ਹਬ ਦੀ ਸਾਡੇ ਧਰਮ ਦੀ ਲੜਾਈ ਹੈ, ਇਹ ਪੰਥ ਬਚਾਉਣ ਦੀ ਲੜਾਈ ਹੈ। ਤੇ ਜੇ ਅੱਜ ਆਪਾਂ ਪੰਥ ਦੇ ਵਾਸਤੇ ਜਾਨਾਂ ਕੁਰਬਾਨ ਨਾ ਕੀਤੀਆਂ ਫਿਰ ਸਮਾਂ ਔਖਾ ਹੋਵੇਗਾ। ਸਾਰੇ ਖਾਲਸੇ ਨੇ ਗੱਲ ਮੰਨ ਲਈ ਵੀ ਸਰਦਾਰ ਸ਼ਾਮ ਸਿੰਘ ਨੂੰ ਜਾਣ ਦਿਓ ਵੀਰ ਦੇ ਨਾਲ, ਕਿਉਂਕਿ ਪੰਥ ਦੀ ਸਲਾਹ ਹੋ ਗਈ ਸੀ ਵੀ ਜਿਹੜਾ ਅੱਜ ਦਾ ਦਿਨ ਹੈ ਨਾ, ਜਿਹੜਾ ਅੱਜ ਦਾ ਦਿਨ ਕੱਢ ਲਵੇਗਾ, ਅੱਜ ਦੀ ਸ਼ਾਮ ਜਿਹਨੇ ਵੇਖੀ ਫੇਰ ਪੰਥ ਸਲਾਮਤ ਰਵੇਗਾ। ਉਸ ਵੇਲੇ ਬਾਬਾ ਸ਼ਾਮ ਸਿੰਘ 2 ਮਿਸਲਾਂ ਨੂੰ ਨਾਲ ਲੈ ਕੇ ਤੇ ਬੜੀ ਛੇਤੀ ਦੇ ਨਾਲ ਵਹੀਰ ਦੇ ਅੱਗੇ ਲੱਗ ਗਿਆ। 9 ਮਿਸਲਾਂ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਵਾਸਤੇ ਰਹਿ ਗਈਆਂ। 11 ਸੀ ਨਾ ਸਾਰੀਆਂ, ਜਿਵੇਂ ਪਹਿਲਾਂ ਦੱਸਿਆ ਵੀ ਬੁੱਢੇ ਦਲ ਦੀਆਂ 6 ਤੇ ਤਰਨੇ ਦਲ ਦੀਆਂ 2, ਬੁੱਢੇ ਦਲ ਦੀਆਂ 2 ਮਿਸਲਾਂ ਜਿਹੜੀਆਂ ਸਨ ਉਹ ਨਾਲ ਚੱਲ ਪਈਆਂ ਨੇ ਬਾਬੇ ਸ਼ਾਮ ਸਿੰਘ ਦੇ, ਤੇ ਤਰਨੇ ਦਲ ਦੀਆਂ 5 ਮਿਸਲਾਂ ਤੇ ਬੁੱਢੇ ਦਲ ਦੀਆਂ 4 ਮਿਸਲਾਂ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਡਟ ਗਈਆਂ। ਤੇ ਜਦੋਂ ਬਾਬਾ ਸ਼ਾਮ ਸਿੰਘ ਜਥੇ ਨੂੰ ਨਾਲ ਲੈ ਕੇ ਅੱਗੇ ਅੱਗੇ ਕਹਿੰਦੇ ਚਲਾ ਗਿਆ, ਪਰ ਤੁਰਦਿਆਂ ਹੋਇਆ ਬਾਬਾ ਸ਼ਾਮ ਸਿੰਘ ਕਹਿਣ ਲੱਗਾ ਖਾਲਸਾ ਜੀ ਆਪੋ ਆਪਣੋ ਧੌਂਸ ਬਜਾਇਓ, ਆਪੋ ਆਪਣੇ ਨਗਾਰੇ ਬਜਾਵੋ ਤੇ ਏਦਾਂ ਵੀ ਕਰੋ ਜਿਹੜੇ ਨਿਸ਼ਾਨ ਸਾਹਿਬ ਹੈ ਵੀ ਆਪਣੇ ਨਾਲ ਰੱਖਿਓ। ਇਹ ਵੀ ਸਲਾਹ ਦੇ ਗਿਆ ਵੀ ਜਿੱਥੇ ਅਬਦਾਲੀ ਦੀ ਫੌਜ ਦਾ ਜ਼ੋਰ ਪਵੇ, ਜਿੱਥੇ ਆ ਕੇ ਉਹ ਸਿੰਘਾਂ ਦੇ ਤਗੜਾ ਹੱਲਾ ਕਰਨਾ, ਉੱਥੇ ਇਹ ਨਾ ਵੇਂਦੇ ਰਹੋ ਵੀ ਫਲਾਨੀ ਮਿਸਲ ਤੇ ਹਮਲਾ ਹੋ ਗਿਆ ਤੇ ਫਲਾਨੀ ਤੇ ਹੋ ਗਿਆ। ਕਹਿੰਦੇ ਰਲ ਮਿਲ ਕੇ ਸਾਰੇ ਹੀ ਉੱਥੇ ਉਹਦੀ ਮਦਦ ਕਰਿਓ ਜਾ ਕੇ। ਏਦਾਂ ਬਾਬਾ ਸ਼ਾਮ ਸਿੰਘ ਨਾਰੋਵਾਲੀਆ ਤੁਰਿਆ ਤੇ ਜਾਂਦਾ ਹੋਇਆ ਬਾਕੀ ਪੰਥ ਨੂੰ ਸਲਾਹ ਦੇ ਗਿਆ ਵੀ ਜਿੱਥੇ ਭੀੜ ਪਵੇ ਸਾਰੇ ਹੀ ਉੱਥੇ ਇਕੱਠੇ ਹੋ ਜਾਓ। ਤੇ ਇਧਰੋਂ ਫਿਰ ਅੱਗੇ ਹੋ ਕੇ ਵੀਰ ਦੇ ਤੁਰਿਆ, ਜਿਹੜੇ ਪੰਥ ਦੇ ਵਹੀਰ ਦੇ ਪਰਿਵਾਰ ਸਨ ਉਹ ਸਾਰੇ ਮਗਰ ਤੁਰੇ ਤੇ ਬਾਬਾ ਸ਼ਾਮ ਸਿੰਘ ਅੱਗੇ ਜਾ ਕੇ ਤੇ ਮਲੇਰੀਆਂ ਦੇ ਨਾਲ ਤੇ ਸੂਬੇ ਦੇ ਨਾਲ ਸਰਹੰਦ ਦੇ ਡਟ ਗਿਆ। ਗਿਲਜਿਆਂ ਨੂੰ ਹੱਥ ਵਿਖਾ ਕੇ ਤੇ ਬਾਬਾ ਸ਼ਾਮ ਸਿੰਘ ਨਾਰੋਵਾਲੀਏ ਨੇ ਵਹੀਰ ਨੂੰ ਅੱਗੇ ਤੋਰ ਲਿਆ। ਬਾਬਾ ਸ਼ਾਮ ਸਿੰਘ ਕਹਿੰਦੇ ਕਦੀ ਬੰਦੂਕ ਚਲਾਉਣ ਲੱਗ ਪੈਂਦਾ ਹੈ, ਕਦੀ ਤੀਰ ਛੱਡਣ ਲੱਗ ਪੈਂਦਾ ਹੈ, ਕਦੀ ਬਰਸ਼ੀ ਘੁਮਾ ਕੇ ਵੈਰੀ ਦੇ ਮਾਰਦਾ ਹੈ, ਕਦੀ ਕਹਿੰਦੇ ਤੇਗ ਨਾਲ ਕਿਸੇ ਦਾ ਸਿਰ ਵੜ ਦਿੰਦਾ ਹੈ, ਕਦੀ ਉਂਗਲ ਨਾਲ ਚੱਕਰ ਘੁਮਾ ਕੇ ਸਿਰ ਵੜ ਦਿੰਦਾ ਹੈ। ਬੜੇ ਸ਼ਸਤਰ ਚਲਾਉਣੇ ਜਾਣਦਾ ਹੈ। ਮਾਰੇ ਸਿੰਘ ਵੱਡ ਸੂਰਮੇ ਘੋੜੇ ਵਿੱਚ ਰਲਾਏ। ਇਹ ਤਾਂ ਵੱਡੇ ਵੱਡੇ ਜਿਹੜੇ ਚੰਗੇ ਚੰਗੇ ਸੂਰਮੇ ਸੀ ਨਾ, ਜਿਹੜੇ ਚੰਗੇ ਚੰਗੇ ਜਰਨੈਲ ਸੀ ਉਹ ਬਾਬਾ ਸ਼ਾਮ ਸਿੰਘ ਦੇ ਨਾਲ ਰਹਿੰਦੇ ਸਨ। ਕਹਿੰਦੇ ਵੀ ਜਿੱਦਾਂ ਇਹਨਾਂ ਨੇ ਹੱਲਾ ਕੀਤਾ ਤੇ ਹੱਲਾ ਕਰਕੇ ਮਲੇਰਕੋਟਲੇ ਦੇ ਪਠਾਣਾਂ ਦੇ ਵਿੱਚ ਆਪਣੇ ਘੋੜੇ ਵਾੜਤੇ, ਕਿਉਂਕਿ ਬਾਬਾ ਸ਼ਾਮ ਸਿੰਘ ਬਾਰੇ ਦੱਸਦੇ ਹੈ ਵੀ ਇਹ ਬੜਾ ਵੱਡਾ ਸੂਰਮਾ ਸੀ। ਜਿਵੇਂ ਪਿੱਛੇ ਜ਼ਿਕਰ ਆਇਆ ਨਾ ਵੀ 2 ਅਸਬੇ ਪਠਾਨ ਜਿਹੜੇ 2 ਘੋੜੇ ਨਾਲ ਰੱਖਦੇ ਸੀ ਪਠਾਨ, ਵੀ ਇੱਕ ਘੋੜਾ ਥੱਕ ਜੇ ਤੇ ਫਿਰ ਦੂਜੇ ਘੋੜੇ ਦੇ ਸਵਾਰ ਹੁੰਦੇ ਸੀ ਅੱਧੇ ਘੰਟੇ ਬਾਅਦ, ਕਿਉਂਕਿ ਉਹਨਾਂ ਦੇ ਸਰੀਰ ਬੜੇ ਤਗੜੇ ਸਨ। 7.5 7.5 ਫੁੱਟ ਸਰੀਰ ਦੇ ਕੱਦ ਸਨ, ਲੰਮੇ ਚੌੜੇ ਸਨ।
ਤੇ ਬਾਬਾ ਸ਼ਾਮ ਸਿੰਘ ਇਹੋ ਜਿਹੇ ਦੋ ਪਠਾਣਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਕੇ ਤੇ ਇੱਕ ਦੂਜੇ ਦੇ ਮੱਥੇ ਨਾਲ ਮੱਥਾ ਮਾਰ ਕੇ ਤੇ ਵਗਾ ਕੇ ਰੁੱਖ ਨਾਲ ਮਾਰ ਕੇ ਮਾਰ ਦਿੰਦਾ ਸੀ। ਐਡਾ ਤਗੜਾ ਜਰਨੈਲ ਸੀ ਬਾਬਾ ਸ਼ਾਮ ਸਿੰਘ ਨਾਰੋਵਾਲੀਆ ਵੀ ਵੱਡੇ ਵੱਡੇ ਜਿਹੜੇ ਪਠਾਨ ਸਨ ਜਿਨ੍ਹਾਂ ਦੇ 7-7 ਮਣ ਭਾਰ ਸੀ ਕੱਚਾ, ਕਹਿੰਦੇ ਉਹ ਦੋ ਪਠਾਨ ਇਕੱਠੇ ਹੀ ਫੜ ਕੇ ਇੱਕ ਦੂਜੇ ਨਾਲ ਮਾਰ ਕੇ ਹੀ ਮਾਰ ਦਿੰਦਾ ਸੀ। ਤੇ ਬਾਬਾ ਸ਼ਾਮ ਸਿੰਘ ਜਦੋਂ ਵੀਰ ਦੇ ਅੱਗੇ ਵਧਿਆ ਤੇ ਮਲੇਰ ਕੋਟਲਿਆਂ ਦੀ ਫੌਜ ਦੇ ਵਿੱਚ ਜਾ ਕੇ ਸਿੰਘਾਂ ਨੇ ਘੋੜੇ ਅੰਦਰ ਵਾੜ ਦਿੱਤੇ ਤੇ ਉੱਥੇ ਜਾ ਕੇ ਹੱਲਾ ਕਰ ਦਿੱਤਾ। ਏਦਾਂ ਵੈਰੀ ਦੀ ਫੌਜ ਦੇ ਵਿੱਚ ਖਾਲਸੇ ਜਕਾਰੇ ਛੱਡਦੇ ਪਹੁੰਚ ਗਏ ਤੇ ਜਿਹੜਾ ਜੈਨ ਖਾਨ ਸਰਹੰਦ ਦਾ ਸੂਬਾ ਸੀ ਤੇ ਮਲੇਰ ਕੋਟਲੀਏ ਪਠਾਨ ਸਨ ਉਹਨਾਂ ਨੂੰ ਪਛਾਣ ਨੂੰ ਭਜਾ ਦਿੱਤਾ, ਭਾਜੜ ਪਾਤੀ ਜਾ ਕੇ ਆ ਬੜੇ ਗਿਲਜਿਆਂ ਦੇ ਨਾਲ, ਕਿਉਂਕਿ ਵੀ ਗਿਲਜੇ ਪਠਾਨ ਹੀ ਸੀ ਨਾ, ਗਿਲਜੇ ਕਹਿੰਦੇ ਪਠਾਨਾਂ ਨੂੰ, ਸਰਹੰਦ ਵਾਲੇ ਵੀ ਗਿਲਜੇ ਸਨ ਤੇ ਮਲੇਰ ਕੋਟਲੇ ਵਾਲੇ ਵੀ ਪਠਾਨ ਗਿਲਜੇ ਸਨ। ਇਹਨਾਂ ਨਾਲ ਬੜਾ ਤਗੜਾ ਜੰਗ ਕੀਤਾ ਸ਼ਾਮ ਸਿੰਘ ਨੇ। ਇਹਨਾਂ ਦੇ ਨਾਲ ਜਿਹੜਾ ਖਰੜ ਵਾਲਾ ਲక్ష్ਮੀ ਨਾਰਾਇਣ ਵੀ ਜਿਹੜਾ ਸੀ ਇਹਨੂੰ ਵੀ ਸਿੰਘਾਂ ਨੇ ਭਜਾਇਆ। ਕਹਿੰਦੇ ਸਿੰਘਾਂ ਨੇ ਇਹੋ ਜਿਹਾ ਹੱਲਾ ਕੀਤਾ ਵੀ ਵਹੀਰ ਦੇ ਉੱਤੇ ਹਮਲਾ ਕਰਕੇ ਆਪਣੇ ਆਪ ਨੂੰ ਜਰਨੈਲ ਸਮਝੀ ਫਿਰਦੇ ਸੀ। ਸਿੰਘਾਂ ਦੀਆਂ ਮਾਈਆਂ, ਸਿੰਘਾਂ ਦੇ ਬਿਰਧ ਬਾਪ, ਛੋਟੇ ਛੋਟੇ ਬੱਚੇ ਸ਼ਹੀਦ ਕਰਕੇ ਤੇ ਭੁੱਲ ਗਏ ਸੀ ਵੀ ਅਸੀਂ ਖਾਲਸੇ ਨੂੰ ਮਾਰਤਾ। ਪਰ ਜਦੋਂ ਜਾ ਕੇ ਬਾਬੇ ਸ਼ਾਮ ਸਿੰਘ ਦੇ ਸਿਪਾਹੀਆਂ ਨੇ, ਯੋਧਿਆਂ ਨੇ ਹੱਥ ਵਿਖਾਏ ਤੇ ਪਰੇਸ਼ਾਨ ਹੋ ਕੇ ਪਠਾਨ ਪਿਛਾਂ ਨੂੰ ਨੱਸ ਤੁਰੇ। ਬਾਬਾ ਸ਼ਾਮ ਸਿੰਘ ਦੀ ਜਿਹੜੀ ਮਿਸ਼ਲ ਸੀ ਇਹਦੇ ਵਿੱਚ ਕਹਿੰਦੇ ਚੰਗੇ ਚੰਗੇ ਤਗੜੇ ਸਿਰ ਕੱਢ ਸਰਦਾਰ ਸਨ। ਇਹਨਾਂ ਨੇ ਰਾਮ ਜੰਗਿਆਂ ਦੇ ਵਿੱਚੋਂ ਬੰਦੂਕਾਂ ਜੋ ਗੋਲੀਆਂ ਮਾਰ ਮਾਰ ਕੇ ਜਿਹੜੇ ਬਹੁਤੇ ਗਿਰਜੇ ਮਾਰ ਦਿੱਤੇ। ਉਹ ਕੁਝ 94 ਸਰਦਾਰਾਂ ਦੇ ਨਾਂ ਦੱਸਦੇ, ਕਹਿੰਦੇ ਜਿਵੇਂ ਕਰਮ ਸਿੰਘ, ਬਾਬਾ ਕਰੋੜਾ ਸਿੰਘ, ਨਾਰ ਸਿੰਘ ਤੇ ਬਿੰਡਾ ਸਿੰਘ। ਵੇਖੋ ਕਿੱਡੇ ਜ਼ਬਰਦਸਤ ਸਿੰਘਾਂ ਦੇ ਨਾਂ ਹੁੰਦੇ ਸੀ। ਕਿਸੇ ਦਾ ਨਾਂ ਰੱਖਿਆ ਹੁੰਦਾ ਸੀ ਧਰਤੀ ਧੱਕ ਸਿੰਘ, ਕਿਸੇ ਦਾ ਨਾਮ ਰੱਖਿਆ ਹੁੰਦਾ ਸੀ ਦਿੱਲੀ ਭਸਤਕਾਰ ਸਿੰਘ। ਏਡੇ ਏਡੇ ਜਰਨੈਲ ਬੋੜ ਸਿੰਘ, ਕਿੱਕਰ ਸਿੰਘ, ਪਿੱਪਲ ਸਿੰਘ, ਜਿਨ੍ਹਾਂ ਦਾ ਨਾਂ ਸੁਣ ਕੇ ਵੈਰੀ ਡਰ ਜਾਂਦਾ ਸੀ। ਇਹ ਬਾਬੇ ਸ਼ਾਮ ਸਿੰਘ ਨਾਰੋਵਾਲੀਏ ਦੇ ਜਥੇ ਦੇ ਕਹਿੰਦੇ ਕੁਝ 94 ਜਰਨੈਲ ਹਨ। ਏਦਾਂ ਦੇ ਹੋਰ ਵੀ ਸਰਦਾਰ ਸੀ, ਇਹਦੇ ਕੁਝ 94 ਦੀ ਕਹਿੰਦੇ ਤੁਹਾਨੂੰ ਗਿਣਤੀ ਦੱਸੀ ਹੈ। ਇਹਨਾਂ ਸੂਰਮਿਆਂ ਨੇ ਇੱਕ ਵਾਰ ਜਿਹੜੇ ਤੁਰਕ ਭਜਾ ਦਿੱਤੇ, ਜਿਹੜੇ ਖਾਲਸੇ ਦੇ ਵਹੀਰ ਦੇ ਵਿੱਚ ਆ ਕੇ ਪਏ ਬੱਚਿਆਂ ਨੂੰ, ਮਾਈਆਂ ਨੂੰ ਮਾਰ ਰਹੇ ਸਨ। ਹੁਣ ਜੈਨਾ ਜਿਹੜਾ ਹੈ ਨਾ, ਜੈਨ ਖਾਨ ਪਠਾਨ ਲੜਦਾ ਤੇ ਹੈਗਾ ਹੈ ਪਰ ਦੂਰ ਦੂਰ ਰਹਿ ਕੇ ਲੜਦਾ ਹੈ। ਉੱਥੋਂ ਤੀਰ ਚਲਾ ਛੱਡਦਾ ਹੈ, ਗੋਲੀ ਚਲਾ ਛੱਡਦਾ ਹੈ। ਪਹਿਲਾਂ ਦੇ ਸਿੱਧਾ ਵਹੀਰ ਦੇ ਵਿੱਚ ਹੀ ਆਣ ਬੜੇ ਸਨ। ਕਦੇ ਕਹਿੰਦੇ ਦੂਰ ਜਾ ਕੇ ਲੜਦਾ ਹੈ ਤੇ ਕਦੀ ਨੇੜੇ ਵੀ ਆ ਜਾਂਦਾ ਹੈ, ਪਰ ਜਦੋਂ ਸਿੰਘਾਂ ਦੇ ਹੱਥ ਵੇਖਦਾ ਹੈ ਤੇ ਫਿਰ ਪਿਛਾਂ ਚਲੇ ਜਾਂਦਾ ਹੈ। ਜਦੋਂ ਏਦਾਂ ਵਹੀਰ ਨੂੰ ਕਾਫੀ ਦੂਰ ਲੈ ਗਏ ਤੇ ਬਾਬਾ ਸ਼ਾਮ ਸਿੰਘ ਨੇ ਉਹ ਜਿਹੜੇ ਮਲਵਈ ਸਰਦਾਰਾਂ ਦੇ ਵਕੀਲ ਸੀ ਨਾ, ਜਿਹੜੇ ਰਾਹ ਦੱਸਣ ਵਾਲੇ, ਉਹਨਾਂ ਨੂੰ ਦੁਬਾਰਾ ਸੱਦਿਆ। ਜਿਵੇਂ ਪਹਿਲਾਂ ਤੁਰੇ ਸੀ ਤੇ ਤੁਰੇ ਜਾਂਦੇ ਵੀਰ ਤੇ ਹੱਲਾ ਹੋ ਗਿਆ ਸੀ, ਹੁਣ ਜਿਨ੍ਹਾਂ ਹੱਲਾ ਕੀਤਾ ਉਹ ਸਾਰੇ ਪਿਛਾਂ ਹਟ ਗਏ ਤੇ ਸਰਦਾਰ ਸ਼ਾਮ ਸਿੰਘ ਨੇ ਵਹੀਰ ਦੇ ਅੱਗੇ ਸਰਦਾਰ ਤੋੜ ਦਿੱਤੇ। ਇੱਧਰ ਦੇ ਕਹਿੰਦੇ ਆਹ ਹਾਲ ਹੋਇਆ ਵੀ ਜਿਹੜਾ ਰਾਹ ਵੈਰੀ ਨੇ ਰੋਕਿਆ ਸੀ ਪਰਿਵਾਰਾਂ ਦਾ, ਸਿੰਘਾਂ ਨੇ ਉਹਨਾਂ ਦਾ ਰਾਹ ਛੁਡਾ ਲਿਆ। ਕਿਉਂਕਿ ਖਾਲਸੇ ਦੀ ਲੜਾਈ ਇੱਥੇ ਵੈਰੀ ਨੂੰ ਹਰਾਉਣ ਦੀ ਨਹੀਂ ਸੀ, ਇੱਥੇ ਲੜਾਈ ਆਪਣਾ ਪਰਿਵਾਰ ਬਚਾਉਣ ਦੀ ਸੀ। ਕਿਉਂਕਿ ਜੇ ਪਰਿਵਾਰ ਬਚੇ ਰਹਿਣਗੇ, ਜੇ ਬੱਚੇ ਬਚੇ ਰਹਿਣਗੇ ਤੇ ਫੇਰ ਅੱਗੇ ਸਿੱਖੀ ਵਧੇਗੀ ਨਾ, ਫੇਰ ਅੱਗੇ ਸਿੱਖ ਪ੍ਰਫੁੱਲਤ ਹੋਣਗੇ। ਜਿਸ ਕਰਕੇ ਖਾਲਸਾ ਇੱਥੇ ਲੜ ਰਿਹਾ ਹੈ, ਆਪਣੇ ਪਰਿਵਾਰ ਬਚਾਉਣੇ ਨੇ। ਮੁਸ਼ਕਲ ਇਹ ਬਣ ਚੁੱਕੀ ਸੀ ਵੀ ਜਿੰਨੇ ਹੀ ਜੁਝਾਰੂ ਸਿੰਘ ਸਨ ਉਸ ਵੇਲੇ ਦੇ ਲਗਭਗ ਸਾਰਿਆਂ ਦੇ ਟੱਬਰ ਘੇਰੇ ਵਿੱਚ ਸਨ। ਥੋੜੇ ਬਹੁਤ ਭਾਵੇਂ ਕੋਈ ਇੱਧਰ ਉੱਧਰ ਹੋਣ, ਜ਼ਿਆਦਾਤਰ ਜਿਹੜੇ ਸਿੱਖਾਂ ਦੇ ਪਰਿਵਾਰ, ਬੱਚੇ, ਮਾਈ ਬਾਪ, ਘਰ ਵਾਲੀਆਂ, ਭੈਣਾਂ, ਉਹ ਸਾਰੇ ਘੇਰੇ ਵਿੱਚ ਆ ਗਏ ਸਨ। ਉਹਨਾਂ ਨੂੰ ਵੀ ਬਚਾ ਰਿਹਾ ਇਹ ਪੰਥ ਤੇ ਗਿਲਜਿਆਂ ਦੇ ਨਾਲ ਵੀ ਲੜਾਈ ਲੜ ਰਿਹਾ ਏ। ਕਹਿੰਦੇ ਉਧਰ ਹੁਣ ਉਹ ਕਥਾ ਸੁਣੋ ਵੀ ਜਿਵੇਂ ਸਿੰਘ ਗਿਲਜਿਆਂ ਦੇ ਨਾਲ, ਅਹਿਮਦੀ ਫੌਜ ਦੇ ਨਾਲ ਲੜ ਰਹੇ ਆ। ਸਿੰਘ ਕਦੀ ਨੱਠ ਵੀ ਜਾਂਦੇ ਆ, ਫਿਰ ਰੁਕ ਕੇ ਆ ਕੇ ਫਿਰ ਹੱਲਾ ਕਰਦੇ ਆ,
फिर भज जाते, किते खलो के भी लड़ते रहते किन्ना किन्ना चिर, कभी अगे जाके फिर मुड़ के लड़ते हैं। जिवें साध संगत जी, एक कोपा ते रहीड़ा पिंड है, ये तो रायपुर तो आउंदिया ये लुधियाने तो मलेरकोटले के राह दे विच इत्थों लैके ते फिर 30 किलोमीटर तिकर परे कुतुब बामणियां तिकर जिहड़ी लड़ाई चले, ਸਿੰਘਾਂ ਦਾ लहू डलिया, शहीदियां पाईयां खालसे ने। ये वड्डे घल्लू घारे के नाम के नाल याद किया जाता है। घल्लू घारे का भाव होंदा है भी किसी का सर्वनाश करना, ते अपनी वालों एक सिखां का सर्वनाश करन आया सी बदाले भी सिख कोई रहन ही नहीं देना, सिखां का बीज खत्म करना है। घल्लू घारा भाव सिखां का बीज नहीं रहन देना। सिख होंदे सन, ये भी किसी नूं ना पता लगे भी सिख भी कोई पंथ हुंदा सी, कोई सिख भी कौम होंदी सी। इदां दी भावना दे नाल बदाली आया है। सिख जूझ रहे ने, लड़ रहे हैं, जिवें गुरु का खालसा लड़दियां भिड़दियां कई हज़ारां दी शहीदी होण तो बावजूद भी चढ़दी कला दे विच रहा। 1762 दे विच फरवरी महीने साध संगत दे जंग होया, ते 1763 दे विच जदों ये अबदाली अपने वालों ਸਿੰਘਾਂ ਨੂੰ खत्म करके मुड़िया, 1763 विच एक साल बाद ही ਸਿੰਘਾਂ ने जाके सरहंद का सूबेदार मारता ते सरहंद फतेह की सी। ये ਸਿੰਘਾਂ का जज्बा है। ते जज्बे पिछे कौन है? गुरु गोबिंद सिंह साहब सच्चे पातशाह गुरु नानक देव महाराज जी की शक्ति। जिवें भजन आप अगे भी पढ़िया सी ते सिंह पढ़ते हैं, खंडा जाके हाथ में कलगी सो है शीश, सो हमरी रशिया करे गुरु कलगी धार जगदीश। पंथ की रखिया गुरु गोबिंद सिंह महाराज आप खंडा लैके करते रहे ने ते सदा करते रहणगे। गुरु महाराज के पंथ की कथा कहंदियां होइयां अनेक भुलां गलतियां बख्श देनियां। सतगुरु साहब ते सतगुरु की संगत बख्शण आ रहा बख्श लैना। श्याम सिंह मलवई बुलाए, उसी तौर वह मोरे लाए। अगे सुनो बट दल की गल, नठे भजे कित रहे अचल। वाहेगुरु जी का खालसा, वाहेगुरु जी की फतेह। हे गोबिंद हे गोपाल दयाल प्राणनाथ अनाथ सखे दीन दर्द हे समराज अगम पूरन मोहे मया। अंधकूप महापयान नानक पारे उतार। आए प्रभु शरणागते कृपा निध एक अखर हर मन बस्त नानक होत निहाल। वाहिगुरु नाम जहाज है चढ़े सो तरे पार। जो शरदा कर सेवत वाहिगुरु वाहिगुरु नाम जहाज